ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਨਵ ਇੰਦਰ ਗਜਿੰਦਰ ਨਰਾਧਪ, जौन त्रिलोक को राज करेंगे। कोट इशनान गजादिक दान, अनेक स्वयंवर साज बरेंगे। ब्रह्म महेश्वर विष्णु सचे पत, अंत फसे जम फास परेंगे। जे नर श्रीपत के प्रस हैं पग, ते नर फेर ना देह धरेंगे। जे नर श्रीपत के प्रस हैं पग, ते नर फेर ना देह धरेंगे। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह जी दसां पातशाहियां दी जोत, सतगुरु गुरु ग्रंथ साहिब महाराज सच्चे पातशाह, तिन्हां दी पावन पवित्र हजूरी अंदर सुभाएमान गुरु रूप साध संगत जीओ। चलदी लड़ीवार गुर शब्द विचार अधीन अज दे जो बचन आप जी ने सरवण कीते हैं, दसम ग्रंथ विच सुभाएमान बाणी तव प्रसाद सवैये, जो कि गुरु गोबिंद सिंह सच्चे पातशाह जी ने उचारण की है और नित नेम दियां बाणियां विच तीसरे नंबर ते सुभाएमान है। इस बाणी विच गुरु गोबिंद सिंह सच्चे पातशाह जी ने सानू उपदेश बख्शिश करन वास्ते इस धरती दे बहुत वड्डियां शख्सियतां, बड़ियां वड्डियां ताकतां, बड़े बड़े धर्मियां और शक्तिशाली लोकां दा जिक्र कीता है। देवतियां नू पूजन वालियां दी गल कीती है। इंद्र आदिक हाथी दान करन वाले दानी चक्रवर्ती राजे, ਜਿਹੜੇ हर समय ये मूँह तो गल कहते सन भी असी 3 लोकां दा राज करांगे। जिन्हां ने करोड़ां इशनान कीते और कई तरह के दान दिते, कई तरह के स्वयंवर रचे। ब्रह्म महेश्वर ते विष्णु आदिक देवतियां की पूजा करन वाले, पर जे उन्होंने श्रीपत अकाल पुरख वाहिगुरू दे चरण नहीं परसे, अकाल पुरख दे नाम नाल नहीं जुड़े, हजूर सच्चे पातशाह कहते ने अखीर नूं जमा ने मौत ने उन्हां दे गल विच फाही पा लई। पर जिहड़े मनुखां ने, जिहड़े गुरमुखां ने श्रीपत दे पग परसे ने, अकाल पुरख वाहिगुरू दे चरनां नाल सुरत जोड़ी है, वो मनुख हजूर कहते परत के फिर देह नहीं तरनगे, भाव जन्म मरण विच नहीं पैणगे। गुरबाणी अंदर संसार दा तमाशा बयान किया गया है। जदों इत्थे मनुख जन्म लैंदा है तो ज्यों-ज्यों उहदी तृष्णा वड्डी हुंदी है, त्यों-त्यों उहदे दावे भी वड्डे हो जांदे ने। वो कहंदा मैं ये करांगा,
ਇੱਥੇ ਸ਼ਬਦ ਵਰਤੇ ਨੇ, ਜੌਨ ਤਿਰਲੋਕ ਕੋ ਰਾਜ ਕਰੇਂਗੇ। ਜਿਨ੍ਹਾਂ ਦੀ ਮੰਜ਼ਲ, ਜਿਨ੍ਹਾਂ ਦੀ ਤ੍ਰਿਸ਼ਨਾ ਇੰਨੀ ਵੱਡੀ ਸੀ ਮਨ ਦੀ ਕਿ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਵੀ ਅਸੀਂ 3 ਲੋਕਾਂ 'ਤੇ ਫਤਿਹ ਪ੍ਰਾਪਤ ਕਰਨੀ ਹੈ। ਇੰਨੀ ਇੱਛਾ ਜਿਨ੍ਹਾਂ ਵਿੱਚ, ਇੰਨੀ ਸ਼ਕਤੀ। ਅਖੀਰ ਨੂੰ ਕਹਿੰਦੇ ਅਕਾਲ ਪੁਰਖ ਦੇ ਨਾਮ ਤੋਂ ਖਾਲੀ ਹੋਣ ਕਰਕੇ ਇੱਥੇ ਰੁਲ ਗਏ। ਇਹ ਜ਼ਮੀਨ ਉਹਨਾਂ ਨੂੰ ਖਾ ਗਈ, ਮਿੱਟੀ ਵਿੱਚ ਸਮਾ ਗਏ। ਬਾਕੀ ਨਾਮ ਨਿਸ਼ਾਨ ਵੀ ਇਸ ਧਰਤੀ 'ਤੇ ਉਹਨਾਂ ਦਾ ਕਾਇਮ ਨਹੀਂ। ਭਗਤ ਕਬੀਰ ਜੀ ਨੇ ਇੱਕ ਬਹੁਤ ਪਿਆਰਾ ਬਚਨ ਇਸ ਸੰਸਾਰ ਦੀ ਸੱਚਾਈ ਦਰਜ ਕੀਤੀ। ਵੈਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਨਜ਼ਰੀਆ ਹੈ, ਉਹਨਾਂ ਅਨੁਸਾਰ ਸੰਸਾਰ ਵਿੱਚ ਰਹਿਣ ਵਾਸਤੇ ਖੁਦ ਉਹ ਸ਼ਾਹੀ ਬਾਈ ਸ਼ਾਹੀ ਠਾਠ ਵਾਲੇ ਸਨ। ਆਪ ਘੋੜਿਆਂ 'ਤੇ ਚੜ੍ਹਨ ਵਾਲੇ, ਹਾਥੀਆਂ 'ਤੇ ਅਸਵਾਰੀਆਂ ਕਰਨ ਵਾਲੇ, ਚੰਗੇ ਤੋਂ ਚੰਗੇ ਵਸਤਰ ਪਾਉਣ ਵਾਲੇ। ਪਰ ਉਹਨਾਂ ਨੇ ਵੇਖਿਆ ਵੀ ਸੰਸਾਰ ਦੇ ਲੋਕ ਇਸ ਦਿਸਦੇ ਸੰਸਾਰ ਨੂੰ ਵੇਖ ਕੇ ਇਹਦੇ ਅੰਦਰ ਕਿੰਨੀ ਗੂੜੀ ਪ੍ਰੀਤ ਪਾ ਕੇ ਬੈਠੇ ਨੇ, ਜੋ ਅਤ ਝੂਠਾ ਹੈ, ਜਿਹੜਾ ਨਾਲ ਨਿਭਣ ਵਾਲਾ ਨਹੀਂ, ਜਿਹਦੇ ਵਿੱਚੋਂ ਕਹਿ ਲਵੋ ਵੀ ਇੱਕ ਕਿਣਕਾ ਵੀ ਮਨੁੱਖ ਦੇ ਨਾਲ ਤੁਰਨ ਵਾਲਾ ਨਹੀਂ। ਉਹਦੇ ਨਾਲ ਇੰਨੀ ਡੂੰਘੀ ਸਾਂਝ, ਨਾਲ ਤੇ ਕੀ ਤੁਰਨਾ ਹੈ। ਕਬੀਰ ਸਾਹਿਬ ਨੇ 2 ਸ਼ਲੋਕ ਕਹੇ ਨੇ। ਇਹ ਸਾਰੀ ਬਾਣੀ ਵਿਰਾਗ ਦੀ ਹੈ। ਉਹਨਾਂ ਨੇ ਬਚਨ ਕੀਤੇ ਸੰਸਾਰ ਨੂੰ ਪੇਖਣਾ। ਪੇਖਣਾ ਦੇ ਅਰਥ ਨੇ ਤਮਾਸ਼ਾ। ਕਹਿੰਦੇ ਜਿਹੜਾ ਸੰਸਾਰ ਹੈ, ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਵਿਚਰ ਰਹੇ ਹਾਂ, ਇਹ ਇੰਜ ਹੈ ਜਿਵੇਂ ਕਿਸੇ ਮੇਲੇ ਵਿੱਚ ਇੱਕ ਤਮਾਸ਼ਾ ਮਦਾਰੀ ਵਾਲਾ ਤਮਾਸ਼ਾ ਲਾ ਕੇ ਬੈਠਾ ਹੈ, ਤਮਾਸ਼ੇ ਵਿਖਾ ਰਿਹਾ, ਲੋਕਾਂ ਦਾ ਘੇਰਾ ਉਹਦੇ ਦੁਆਲੇ ਖੜਾ ਹੈ, ਭੀੜ ਹੈ, ਇੱਕ ਦੂਜੇ ਨੂੰ ਲੋਕ ਧੱਕੇ ਮਾਰਦੇ ਨੇ। ਤਮਾਸ਼ੇ ਵਿੱਚ ਕਈ ਕੁਝ ਵਿਖਾਇਆ ਜਾ ਰਿਹਾ ਹੈ, ਪਰ ਉਸ ਤਮਾਸ਼ੇ ਵਿੱਚ ਤੇ ਇਹਦੇ ਵਿੱਚ ਇਹ ਫਰਕ ਹੈ ਕਿ ਉਸ ਤਮਾਸ਼ੇ ਵਿੱਚ ਜਿੰਨਾ ਚਿਰ ਮਰਜ਼ੀ ਦੇਖ ਸਕਦਾ ਹੈ। ਕਬੀਰ ਸਾਹਿਬ ਕਹਿੰਦੇ ਸੰਸਾਰ ਰੂਪੀ ਤਮਾਸ਼ੇ ਨੂੰ ਵੇਖਣ ਦੀ ਸਿਰਫ ਹੱਦ ਬਣੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸਮਾਂ ਮਿਥਿਆ, ਜਦੋਂ ਸਮਾਂ ਖਤਮ ਹੋ ਗਿਆ ਤੇ ਇਸ ਤਮਾਸ਼ੇ ਤੋਂ ਬਾਹਰ ਕੱਢ ਦਿੰਦਾ ਹੈ। ਕਬੀਰ ਜੀ ਦਾ ਬਚਨ ਹੈ, ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋਊ ਪਈ ਹੈ ਰੇ। ਇਹ ਸੰਸਾਰ ਇਸ ਤਰ੍ਹਾਂ ਦਾ ਪੇਖਣਾ ਹੈ। ਪੇਖਣਾ ਦਾ ਮਤਲਬ ਤਮਾਸ਼ਾ ਹੈ। ਜਿਵੇਂ ਕੋਈ ਤਮਾਸ਼ਾ ਚੱਲ ਰਿਹਾ, ਨਕਲੀ, ਅਸਲ ਵਿੱਚ ਨਹੀਂ ਹੈ। ਕਿਸੇ ਚੀਜ਼ ਦਾ ਰੋਲ ਕੀਤਾ ਜਾ ਰਿਹਾ, ਕਿਸੇ ਚੀਜ਼ ਦਾ ਨਾਟਕ ਖੇਡਿਆ ਜਾ ਰਿਹਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਪਵਿੱਤਰ ਬਾਣੀ ਦਾ ਨਾਮ ਵੀ ਬਚਿੱਤਰ ਨਾਟਕ ਹੈ। ਜਿਹੜਾ ਸਿਰਲੇਖ ਹੈ, ਹੈਡਿੰਗ ਹੈ, ਉਹਦਾ ਨਾਮ ਹੈ ਵਿਚਿੱਤਰ ਨਾਟਕ। ਵਿਚਿੱਤਰ ਦਾ ਅਰਥ ਹੈ ਹੈਰਾਨ ਕਰ ਦੇਣ ਵਾਲਾ। ਕਿਉਂਕਿ ਨਾਟਕ ਜਿਹੜੇ ਖੇਡੇ ਜਾਂਦੇ ਨੇ, ਪੇਖਣਾ ਜਿਹੜਾ ਖੇਡਿਆ ਜਾਂਦਾ, ਤਮਾਸ਼ਾ ਖੇਡਿਆ ਜਾਂਦਾ, ਜਦੋਂ ਅਸੀਂ ਉਹਨੂੰ ਵੇਖਣ ਵਾਸਤੇ ਕੋਈ ਮਨੁੱਖ ਜਾਏ ਤੇ ਇੱਕ ਗੱਲ ਉਹਨੂੰ ਯਾਦ ਰਹਿੰਦੀ ਹੈ ਵੀ ਇਹ ਨਕਲੀ ਹੈ, ਅਸਲੀ ਨਹੀਂ। ਕੋਈ ਸਰਕਸ ਹੈ, ਕੋਈ ਫਿਲਮ ਵੇਖੀ ਜਾ ਰਹੀ ਹੈ, ਕੋਈ ਸੀਰੀਅਲ ਚੱਲ ਰਿਹਾ ਹੈ, ਜਾਂ ਕਿਤੇ ਹੋਰ ਕੋਈ ਖੇਡ ਚੱਲ ਰਹੀ ਹੈ, ਤੇ ਉੱਥੇ ਮਨੁੱਖ ਇਸ ਨੂੰ, ਮਦਾਰੀ ਦੀ ਖੇਡ ਨੂੰ ਸੱਚ ਨਹੀਂ ਸਮਝਦਾ। ਉਹਨੂੰ ਪਤਾ ਵੀ ਇਹ ਬਣਾਇਆ ਹੋਇਆ ਹੈ, ਇਹ ਰੋਲ ਕੀਤਾ ਜਾ ਰਿਹਾ ਹੈ, ਕਿਸੇ ਦਾ ਨਾਟਕ ਖੇਡਿਆ ਜਾ ਰਿਹਾ ਹੈ। ਪਰ ਗੁਰੂ ਸਾਹਿਬ ਨੇ ਸੰਸਾਰ ਨੂੰ ਇੱਕ ਵਚਿੱਤਰ ਨਾਟਕ ਕਿਹਾ। ਵਚਿੱਤਰ ਦਾ ਮਤਲਬ ਹੈਰਾਨ ਕਰ ਦੇਣ ਵਾਲਾ। ਹੈਰਾਨ ਕਰ ਦੇਣ ਵਾਲਾ ਕਿਉਂ ਹੈ? ਕਿਉਂਕਿ ਸੰਸਾਰ ਦੇ ਜਿੰਨੇ ਨਾਟਕ ਨੇ, ਰਾਮਲੀਲਾ ਚੱਲਦੀ ਹੈ। ਹੁਣ 2 ਮਨੁੱਖ ਨੇ, ਇੱਕ ਰਾਮਚੰਦਰ ਬਣਿਆ, ਇੱਕ ਰਾਵਣ ਬਣਿਆ। ਇੱਕ ਉਹਨਾਂ ਦਾ ਆਪਣਾ ਨਾਮ ਹੈ, ਪਰ ਜਿਹੜਾ ਰਾਮ ਬਣਿਆ ਉਹ ਇਹ ਕਦੀ ਨਹੀਂ ਭੁੱਲਦਾ ਵੀ ਮੈਂ ਰਾਮ ਦਾ ਨਾਟਕ ਖੇਡ ਰਿਹਾ, ਮੈਂ ਰਾਮ ਆਪ ਨਹੀਂ। ਜਿਉਂ ਹੀ ਉਹ ਨਾਟਕ ਖਤਮ ਹੁੰਦਾ ਹੈ, ਕੱਪੜੇ ਲਾਹ ਕੇ ਰੱਖ ਦਿੰਦਾ, ਆਪਣੇ ਪਹਿਨ ਕੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਰਾਵਣ ਨੂੰ ਵੀ ਪਤਾ ਹੈ ਬਈ ਇਹ 2-4 ਘੰਟੇ ਜਿਹੜੀ ਰਾਮਲੀਲਾ ਵਿੱਚ ਮੈਂ ਸ਼ੋਅ ਕਰਨਾ ਹੈ, ਨਾਟਕ ਖੇਡਣਾ, ਮੈਂ ਉਹਨਾਂ ਚਿਰ ਰਾਵਣ ਹਾਂ। ਉੱਥੇ ਉਹਨੂੰ ਕਿਹਾ ਵੀ ਰਾਵਣ ਹੀ ਜਾਏਗਾ। ਉੱਥੇ ਖੇਡ ਖੇਡਣੀ ਪਏਗੀ, ਉਹਨੂੰ ਇੱਕ ਵਾਰੀ ਮੰਨਣਾ ਪਏਗਾ ਕਿ ਮੈਂ ਰਾਵਣ, ਉਹਦੇ ਵਾਂਗੂ ਕਰਨਾ ਪਏਗਾ। ਉਹ ਰਾਵਣ ਦਾ ਖੇਡ ਖੇਡ ਰਿਹਾ ਹੈ ਔਰ ਉਸ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਹੈ। ਆਪਣੇ ਆਪ ਨੂੰ ਰਾਵਣ ਕਹਿੰਦਾ, ਆਪਣੇ ਵੱਲੋਂ ਪੂਰੀ ਮੁਦਰਾ ਬਣਾ ਲੈਂਦਾ, ਜਿਵੇਂ ਰਾਵਣ ਨੇ ਕੀਤਾ ਸੀ
क्रोध विच आउंदा सी, हंकार विच बोलदा सी, उसे तरह करदा भावें कि वो रावण नहीं। पर ज्यों ही वो लीला खत्म हुई, उन्हें कपड़े ला के रखे, सब कुछ भुल गया, हुण उहदा नाम रावण नहीं। सच्चे पातशाह जी कहते भी ये संसार दे विच जिदण ये समझ आ गई, कोई माता है, कोई पिता है, कोई पति है, कोई पत्नी है, कोई पुत्र है, कोई माँ है, कोई भैन है, कोई भरा है, कोई राजा है, कोई प्रजा है, कोई स्वामी है, कोई नौकर है, कोई पढ़िया है, कोई अनपढ़िया है, अमीर है, गरीब है, किन्नी तरह की दुनिया है, अनेक प्रकार के जीवन ने इत्थे। कहते जिस मनुख ने गुरु की मत धारण करके शब्द नाल चित जोड़िया, एक दिन उन्होंने समझ आ जाती भी ये जिहड़ा मैं, कोई मैनू पिता कह रहा, मैं पिता का नाटक कर रहा, असल विच मैं पिता नहीं हाँ। जिस दिन समझ आ जाती तो उन्होंने पता लग जाता भी मैं माँ का रोल निभा रही हाँ, नाटक खेड रही हाँ, असल विच मैं माँ नहीं है। जिदण किसी बच्चे नूं समझ आउंदी, उन्होंने पता लग जाता भी ये जिहड़े मेरे माता पिता ने, भैन भरा ने, ये नाटक खेडिया जा रहा है, तो नाटक का मैं एक हिस्सा, मैं बिल्कुल उस तरह अपने आप नूं भरा समझना है, पर असल विच मैं नहीं हाँ। ये है जीवन का सार, जीवन का बिल्कुल ठीक हिसाब यही है। ये तो वध होर कोई ज्ञान नहीं कि जीवन नूं किवें जीविया जाए। बड़े बड़ियां तरीके दसे गए ने जिंदगी नूं किवें जीवो। आपां रोज़ कहने आ जीवन जाच, जीवन जुगत, जिंदगी जिउण दा तरीका की है, गुरु तो सिखो। वो किहड़ा है? ये तो बाहर ही है ना। गुरु साहब कहते हैं भी गुरु का सिख अमृत वेले जागदा, बाणी पढ़दा, सिमरन करदा, किरत करदा, नाम जपदा, वंड छकदा, पंज ककारां दा धारनी हो जाता, अमृत धारी हो जाता है। ये तो एक मर्यादा है, पर यह जदों मर्यादा असी पूरी तरह निभा लई, उस दिन सानू एक होर मर्यादा का पता लग जाएगा। वो मर्यादा किहड़ा है? कबीर जी नूं दिस पिया भी ये सारा तो तमाशा हो रहा है, तमाशा है। एक कबीर है ते एक उहदे घर विच लोई है, कबीर दी पत्नी। जदों लोई नूं वेखदे ना ते तुसीं कबीर साहब जी का एक शब्द भी पढ़ोगे, कहत कबीर सुनो रे लोई, अब तुमरी प्रतीत ना होई। ये वल ध्यान देना, क्योंकि ये अर्थां दे उत्ते बहुता विवाद है। जिहड़े पुराने टीके ने वो कहंदे ने कबीर साहब ने लोई नूं कहा अपनी पत्नी नूं भी तू मेरी गल सुन। लोई दे नाल गल कीती, पर वो साखी होर ढंग विच चली गई। जिहड़े संबंध विच गल कीती सी वो साखी वो गल नहीं कहंदे। ते जदों नवें विचारक आए थोड़े सालों तो उन्होंने अपने ढंग नाल विचारिया, ते प्रोफैसर साहब सिंह होरां ने एक गल लिखी, वो कहंदे लोई दे अर्थ माता लोई नहीं, कबीर साहब दी घर वाली नहीं। लोई दे अर्थ ने लोक सृष्टि, क्योंकि लोई दे अर्थ सृष्टि भी बनते हैं। उन्होंने ये अर्थ कर दिते, पर उथे असल विच लोई नूं ही लोई किया गया है, कबीर साहब की पत्नी नूं। पर वो क्या इस संबंध विच नहीं, जिहदे संबंध विच कहानियां ते साखियां कहंदियां ने। कबीर साहब इत्थे लोई नूं कह रहे ने कि हे लोई, कहत कबीर सुनो रे लोई, अब तुमरी प्रतीत ना होई। हुण मैं तेनू अपनी पत्नी नहीं समझदा। हुण मेरी प्रतीत ये नहीं कि तू वाकई मेरी पत्नी है। होर की है? वो कहंदे तू पत्नी दा पार्ट्स कर रही है इस गेम दे विच, इस खेड विच, इस नाटक विच जिहड़ा मेरे घर विच खेडिया जा रहा ना। मैं तेरा पति हाँ, मैं पति का नाटक कर रहा, तू पत्नी है, तू पत्नी का नाटक कर रही है। एक कमाला बैठा इधर, कमाला पुत्र है, वो पुत्र का रोल अदा कर रहा है। असल में वो मेरा पुत्र नहीं, तू मेरी पत्नी नहीं। मैं होर इनू थोड़ा जिहा उन्हां दी बाणी विचों सिद्ध कर दियां। कहत कबीर
ਕੋਈ ਨਹੀਂ ਤੇਰਾ ਸ਼ਬਦ ਆਵੇਗਾ, ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ ਹੈ, ਇਹਨਾਂ ਵਿੱਚੋਂ ਤੇਰਾ ਕੁਝ ਵੀ ਨਹੀਂ। ਇਹ ਸਾਰੀ ਖੇਡ ਚੱਲ ਰਹੀ ਹੈ। ਇਹਨੂੰ ਕਹਿੰਦੇ ਗਿਆਨ ਖੰਡ ਵਿੱਚ ਜਦੋਂ ਸੁਰਤ ਚਲੀ ਜਾਏ ਉਦੋਂ ਆਪਣੇ ਆਪ, ਇਹ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹ ਗੁਰਮੁਖ ਦੇ ਮਨ ਦੀ ਅਵਸਥਾ ਹੈ ਜਿੱਥੇ ਜਾ ਕੇ ਕੋਈ ਨਹੀਂ ਰਹਿੰਦਾ ਉਸਦਾ, ਔਰ ਸਾਰਾ ਸੰਸਾਰ ਉਹਦਾ ਆਪਣਾ ਹੋ ਜਾਂਦਾ ਹੈ। ਸਾਰਾ ਸੰਸਾਰ ਇਸ ਦਸ਼ਾ ਵਿੱਚ ਜਾ ਕੇ, ਕਿਉਂਕਿ ਇਹਨੂੰ ਕਹਿੰਦੇ ਨੇ ਸੁਰਤ ਪਲਟ ਜਾਣੀ, ਅੱਖ ਪਲਟ ਜਾਣੀ। ਮੀਨ ਕੀ ਚਪਲ ਜਿਉਂ ਜੁਗਤ ਮਨ ਰੱਖੀਏ, ਜਦੋਂ ਬੰਦੇ ਦਾ ਮਨ ਬਦਲ ਜਾਏ ਨਾ, ਕਿੱਥੇ ਮਨ ਸੰਸਾਰ ਵਿੱਚ ਖੁੱਭਿਆ ਹੋਇਆ ਸੀ, ਕਿੱਥੇ ਮਨ ਸੰਸਾਰ ਨੂੰ ਛੱਡ ਕੇ ਸ਼ਬਦ ਦੀ ਦੁਨੀਆ ਵਿੱਚ, ਨਾਮ ਦੀ ਦੁਨੀਆ ਵਿੱਚ ਲੀਨ ਹੋ ਗਿਆ, ਚਰਨ ਕਮਲਾਂ ਵਿੱਚ ਚਲਾ ਗਿਆ, ਤੇ ਉਸ ਮਨ ਦੀ ਫਿਰ ਵਿਆਖਿਆ ਵੀ ਬਦਲ ਜਾਏਗੀ। ਉਹਨਾਂ ਨੇ ਬਚਨ ਕਿਹਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ, ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ। ਹੁਣ ਇਹਦੇ ਅਰਥ ਇਹ ਨਹੀਂ ਵੀ ਤੁਸੀਂ ਛੱਡ ਕੇ ਤੁਰ ਜਾਓ, ਇਹਦੇ ਅਰਥ ਇਹ ਨਹੀਂ, ਕਿਉਂਕਿ ਜਦੋਂ ਤੁਸੀਂ ਨਾਟਕ ਖੇਡ ਰਹੇ ਹੋ ਤੇ ਤੁਹਾਨੂੰ ਉੱਥੇ ਆਪਣਾ ਉਹ ਨਾਮ ਵਰਤਣਾ ਹੀ ਪਏਗਾ ਵੀ ਮੈਂ ਪਤੀ ਹਾਂ, ਪਤਨੀ ਹਾਂ, ਪੁੱਤਰ ਹਾਂ, ਭਰਾ ਹਾਂ, ਭੈਣ ਹਾਂ, ਬਿਲਕੁਲ ਮੰਨਣਾ ਪਏਗਾ। ਜਿਨ੍ਹਾਂ ਨੇ ਇਹਨੂੰ ਸੱਚ ਸਮਝ ਲਿਆ ਉਹ ਦੁੱਖ ਵਿੱਚ ਡਿੱਗ ਪਏ, ਜਿਨ੍ਹਾਂ ਨੇ ਇਹਨੂੰ ਨਾਟਕ ਜਾਣ ਲਿਆ ਉਹ ਦੁਖੀ ਨਹੀਂ ਹੋਏ, ਕਿਉਂਕਿ ਨਾਟਕ ਸੱਚਾ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਹਦਾ ਖੁਲਾਸਾ ਕਰ ਦਿੱਤਾ। ਉਹ ਕਹਿੰਦੇ ਨੇ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਜਿਵੇਂ ਤੈਨੂੰ ਰਾਤ ਨੂੰ ਸੁਪਨਾ ਆਉਂਦਾ ਹੈ, ਜਾਗ ਖੁੱਲ੍ਹਣ ਨਾਲ ਟੁੱਟ ਜਾਂਦਾ ਹੈ, ਸੰਸਾਰ ਇਸ ਤਰ੍ਹਾਂ ਦਾ। ਪੇਖਣਾ ਦਾ ਅਰਥ ਹੈ ਤਮਾਸ਼ਾ, ਤਮਾਸ਼ਾ ਚੱਲ ਰਿਹਾ ਹੈ, ਨਾਟਕ ਚੱਲ ਰਿਹਾ ਹੈ, ਨਾਟਕ ਵਿੱਚ ਅਸਲੀ ਰੋਲ ਨਹੀਂ ਹੈ। ਜਿਉਂ ਸੁਪਨਾ ਅਰ ਪੇਖਣਾ, ਜਿਵੇਂ ਤੁਸੀਂ ਵੇਖਦੇ ਹੋ ਨਾ। ਮੈਂ ਇੱਕ ਹੋਰ ਉਦਾਹਰਨ ਦੇ ਦਿਆਂ ਵੀ ਜਦੋਂ ਸਾਹਿਬਜ਼ਾਦਿਆਂ ਦੇ ਉੱਤੇ ਕੋਈ ਫਿਲਮ ਬਣਾਈ ਜਾਂਦੀ ਹੈ, ਕਈ ਫਿਲਮਾਂ ਬਣਾਈਆਂ ਗਈਆਂ ਨੇ, ਜਾਂ 18ਵੀਂ ਸਦੀ ਦੇ ਇਤਿਹਾਸ ਦੇ ਉੱਤੇ ਕੋਈ ਫਿਲਮ ਬਣਾਈ ਜਾਂਦੀ, ਉਹਦੇ ਵਿੱਚ ਕਿਤੇ ਵਜੀਦ ਖਾਨ ਬਣ ਕੇ ਬੈਠਾ ਹੋਇਆ ਸੂਬਾ, ਜਿਹਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ, ਉਹਦਾ ਰੋਲ ਕਰ ਰਿਹਾ ਉਹਦੇ ਵਿੱਚ। ਕਿਸੇ ਥਾਂ ਤੇ ਗੁਰੂ ਕੇ ਸਵਾਰਿਓ ਜ਼ਕਰੀਆ ਖਾਨ ਕੋਈ ਆਦਮੀ ਬਣਿਆ ਹੋਇਆ, ਤਖਤ ਤੇ ਬੈਠਾ ਤੇ ਹੁਕਮ ਦਿੰਦਾ ਹੈ, ਭਾਈ ਤਾਰੂ ਸਿੰਘ ਦੀ ਖੋਪਰੀ ਲਾ ਦਿਓ। ਕਿਤੇ ਕੋਈ ਵਜੀਦ ਖਾਨ ਬਣਿਆ ਹੋਇਆ ਹੈ, ਆਮ ਮਨੁੱਖ ਕੱਪੜੇ ਪਾ ਕੇ ਬੈਠਾ ਹੈ, ਤੇ ਹੁਕਮ ਦਿੰਦਾ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿਓ। ਪਰ ਉਹ ਵਜੀਦ ਖਾਨ ਤੇ ਕਦੇ ਦਾ ਮਾਰ ਦਿੱਤਾ ਗਿਆ ਹੈ, ਤੇ ਸਿੱਖ ਉਹਨੂੰ ਬਰਦਾਸ਼ਤ ਕਰਨਗੇ ਜਿਨ੍ਹਾਂ ਨੂੰ ਗੁਰੂ ਕੇ ਲਾਲਾ ਨਾਲ ਪਿਆਰ ਹੈ ਵੀ ਵਜੀਦ ਖਾਨ ਹੋਵੇ ਤੇ ਜਿਉਂਦਾ ਹੋਵੇ। ਬਰਦਾਸ਼ਤ ਨਹੀਂ ਕੀਤਾ, ਉਦੋਂ ਇਹ ਖਤਮ ਕਰ ਦਿੱਤਾ ਗਿਆ ਵਜੀਦ ਖਾਨ। ਪਰ ਇਹ ਵਜੀਦ ਖਾਨ ਕਿਉਂ ਬਚ ਗਿਆ? ਜਿਹਨੇ ਵਜੀਦ ਖਾਨ ਦਾ ਰੋਲ ਨਿਭਾਇਆ, ਸਿਰਫ ਨਾਟਕ ਖੇਡਿਆ ਹੈ, ਉਹ ਆਮ ਬੰਦਾ। ਇਸ ਤਰ੍ਹਾਂ ਦਾ ਇਹ ਸੰਸਾਰ ਦਾ ਸਿਸਟਮ ਗੁਰੂ ਸਾਹਿਬ ਨੇ ਕਿਹਾ ਹੈ, ਕਹਿੰਦੇ ਇਹ ਤਮਾਸ਼ਾ ਹੈ। ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਊ ਪਈ ਹੈ। ਇੱਥੇ ਲਗਾਤਾਰ ਨਹੀਂ ਕੋਈ ਖੇਡ ਸਕਦਾ। ਜਿੰਨਾ ਤੁਹਾਨੂੰ ਸਮਾਂ ਮਿਲਿਆ ਨਾ, ਜਿਹੜਾ ਸੰਚਾਲਕ ਹੁੰਦਾ ਸਟੇਜ ਦਾ, ਉਹ ਕਹਿ ਦਿੰਦਾ ਵੀ ਹੁਣ ਤੁਹਾਡੇ ਨਾਟਕ ਖੇਡਣ ਦਾ ਸਮਾਂ ਖਤਮ ਹੋ ਗਿਆ, ਪਿੱਛੇ ਹੋ ਜਾਓ, ਲਾ ਦਿੰਦਾ ਸਟੇਜ ਤੋਂ। ਜਿਹੜਾ ਸਮਾਂ ਹੈ, ਕਾਲ ਹੈ, ਜਿਹੜਾ ਮੌਤ ਹੈ, ਉਹਨੇ ਸਾਨੂੰ ਇੱਥੇ ਇਹ ਸਮਾਂ ਦਿੱਤਾ ਹੈ ਵੀ ਇੰਨੇ ਸਾਲ ਤੁਸੀਂ ਇਹ ਨਾਟਕ ਖੇਡਣਾ ਹੈ। ਕਿਸੇ ਨੂੰ 50 ਸਾਲ ਮਿਲ ਗਿਆ, ਕਿਸੇ ਨੂੰ 60 ਮਿਲ ਗਿਆ, ਕਿਸੇ ਨੂੰ 70 ਮਿਲ ਗਿਆ। ਤਾਂ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਇਸ ਤਰ੍ਹਾਂ ਚੰਗੀ ਤਰ੍ਹਾਂ ਸਮਝ ਲੈ, ਤਮਾਸ਼ਾ ਚੱਲ ਰਿਹਾ ਹੈ। ਫਿਰ ਸਾਰੀ ਜ਼ਿੰਦਗੀ ਦੀ ਸੋਚਣੀ ਬਦਲ ਜਾਏਗੀ, ਹੋਰ ਤਰ੍ਹਾਂ ਹੋ ਜਾਏਗੀ। ਬੰਦਾ ਇਹਦੇ ਨਾਲ ਜੁੜੇਗਾ ਨਹੀਂ ਬਹੁਤਾ। ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਐਵੇਂ ਝੂਠੇ ਸੰਸਾਰ ਦੇ ਵਿੱਚ ਤੂੰ ਦਾਅਵੇ ਕਰੀ ਜਾਂਦਾ, ਸੰਸਾਰ ਦੀ ਅਸਲੀਅਤ ਦੱਸੀ। ਇਸੇ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ, ਬਚਿੱਤਰ ਨਾਟਕ, ਹੈਰਾਨ ਕਰ ਦੇਣ ਵਾਲਾ ਨਾਟਕ ਹੈ। ਇੱਥੇ ਸਾਰੇ ਨਾਟਕ ਖੇਡ ਰਹੇ ਨੇ। ਤੇ ਕਬੀਰ ਸਾਹਿਬ ਨੇ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਅੰਤ ਫਸੇ ਜਮ ਫਾਸ ਪਰਾਂਗੇ। ਇਹ ਜਿੰਨੇ ਵੀ ਸੰਸਾਰ ਵਿੱਚ ਆਏ ਨੇ,
ਜਿਨ੍ਹਾਂ ਜਿਨ੍ਹਾਂ ਨੇ ਸੰਸਾਰ ਦਾ ਨਾਟਕ ਖੇਡਿਆ ਉਹ ਫਿਰ ਜਮਾਂ ਦੀ ਫਾਈ ਵਿੱਚ ਪੈ ਗਏ, ਉਹਨਾਂ ਨੂੰ ਫਿਰ ਖੇਡਣਾ ਪਿਆ। ਤੇ ਕਬੀਰ ਸਾਹਿਬ ਦਾ ਮੈਂ ਸ਼ਬਦ ਸਾਂਝਾ ਕਰ ਰਿਹਾ ਸੀ, ਉਹ ਕਹਿੰਦੇ ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਊ ਪਈ ਹੈ ਰੇ। ਜਿੰਨਾ ਚਿਰ ਤੈਨੂੰ ਸਮਾਂ ਮਿਲਿਆ ਇਸ ਖੇਡ ਵਿੱਚ ਖੇਡਣ ਦਾ, ਉਹਨਾਂ ਚਿਰ ਤੂੰ ਨਾਟਕ ਵਿੱਚ ਖੇਡੇਂਗਾ। ਅੱਗੇ ਕੀ ਹੋਏਗਾ? ਫਿਰ ਇੱਥੇ ਸੰਸਾਰ ਵਿੱਚ ਰਹਿਣ ਦਾ ਤਰੀਕਾ ਦੱਸਿਆ ਵੀ ਤੂੰ ਇਸ ਨਾਟਕ ਵਿੱਚ ਕਿਵੇਂ ਖੇਡਣਾ ਹੈ, ਇਸ ਖੇਡ ਵਿੱਚ ਕਿਵੇਂ ਖੇਡਣਾ ਹੈ। ਅੱਗੇ ਬਚਨ ਕੀਤੇ, ਕਹਿੰਦੇ ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੁਧੱਕਾ ਦਵਾਈ ਖੈਰੇ। ਤੁਸੀਂ ਵੇਖਿਆ ਹੋਵੇਗਾ ਜਦੋਂ ਕੋਈ ਦੋ ਟੀਮਾਂ ਖੇਡਦੀਆਂ ਨੇ ਤੇ ਜਿਹੜਾ ਖਿਡਾਰੀ ਉਹਦੇ ਵਿੱਚੋਂ ਥੋੜ੍ਹਾ ਜਿਹਾ ਨਿਯਮਾਂ ਤੋਂ ਉਲਟ ਖੇਡਦਾ, ਮੰਨ ਲਓ ਹਾਕੀ ਦਾ ਮੈਚ ਚੱਲਿਆ, ਥੋੜ੍ਹਾ ਜਿਹਾ ਗਲਤ ਖੇਡਿਆ ਤੇ ਰੈਫਰੀ ਨੇ ਇਸ਼ਾਰਾ ਕਰ ਦਿੱਤਾ ਵੀ ਤੂੰ ਗਲਤ ਖੇਡ ਰਿਹਾ, ਤੈਨੂੰ ਬਾਹਰ ਕੱਢ ਦਿਆਂਗੇ, ਧੱਕੇ ਪੈਣਗੇ, ਧੱਕਾ ਮਾਰ ਕੇ ਬਾਹਰ ਕੱਢਾਂਗੇ, ਤੂੰ ਸ਼ੁੱਧ ਨਹੀਂ ਖੇਡ ਰਿਹਾ। ਸੂਦੇ ਸੂਦੇ ਦਾ ਅਰਥ ਹੈ ਵੀ ਇਹ ਸੰਸਾਰ ਰੂਪੀ ਜਿਹੜੀ ਖੇਡ ਹੈ ਨਾ, ਹੁਣ ਇੱਥੇ ਅਸੀਂ ਇਹ ਵੀ ਅਰਥ ਕਰ ਦਿਆਂਗੇ ਆਪਣੀ ਮਰਜ਼ੀ ਨਾਲ ਵੀ ਛੱਡੋ ਜੀ ਸੰਸਾਰ ਤੇ ਤਮਾਸ਼ਾ ਹੈ, ਤਮਾਸ਼ੇ ਵਿੱਚ ਜੋ ਮਰਜ਼ੀ ਕਰੋ। ਨਹੀਂ ਨਹੀਂ, ਸੰਸਾਰ ਤਮਾਸ਼ਾ ਜੂ ਹੋਇਆ, ਕਹਿੰਦੇ ਜੋ ਮਰਜ਼ੀ ਕਰ ਲਓ, ਇੱਥੇ ਜਿਵੇਂ ਮਰਜ਼ੀ ਰਹੋ। ਨਹੀਂ, ਭਾਵੇਂ ਉਹ ਤਮਾਸ਼ਾ ਹੈ, ਝੂਠਾ ਹੈ, ਭਾਵੇਂ ਉਹ ਖੇਡ ਹੈ, ਸਿਰਫ ਦੋ ਟੀਮਾਂ ਝੂਠੀਆਂ ਖੇਡ ਰਹੀਆਂ ਨੇ, ਪਰ ਉਸ ਖੇਡ ਦਾ ਵੀ ਇੱਕ ਨਿਯਮ ਹੈ। ਉਹਦੇ ਵਿੱਚ ਵੀ ਤੁਹਾਨੂੰ ਆਪਣੀ ਸਾਈਡ 'ਤੇ ਖੇਡਣਾ ਪਏਗਾ, ਤੇ ਕਿ ਤੁਸੀਂ ਰਾਈਟ ਖੇਡ ਰਹੇ ਹੋ ਕਿ ਲੈਫਟ ਹੋ ਕਿ ਫੁੱਲ ਬੈਕ ਹੋ ਕਿ ਬੈਕ 'ਤੇ ਖੇਡ ਰਹੇ ਹੋ ਕਿ ਸੈਂਟਰ ਵਿੱਚ ਖੇਡ ਰਹੇ ਹੋ, ਤੁਹਾਡੀ ਥਾਂ ਕਿਹੜੀ ਹੈ, ਤੁਹਾਨੂੰ ਏਰੀਆ ਦਿੱਤਾ ਗਿਆ। ਤੁਸੀਂ ਠੀਕ ਖਿਡਾਰੀ ਤਾਂ ਹੋ ਜਿੱਥੇ ਤੁਸੀਂ ਜਿੱਤਣ ਦਾ ਯਤਨ ਕਰ ਰਹੇ ਹੋ, ਉੱਥੇ ਤੁਸੀਂ ਖੇਡ ਨੂੰ ਨਿਯਮ ਨਾਲ ਖੇਡ ਰਹੇ ਹੋ। ਸੂਦੇ ਸੂਦੇ ਰੇਗ ਚੱਲੋ ਤੁਮ, ਇਸ ਜੀਵਨ ਰੂਪੀ ਮੈਚ ਦੇ ਵਿੱਚ, ਖੇਡ ਵਿੱਚ ਗੁਰੂ ਨੂੰ ਪੁੱਛ ਕੇ ਨਿਯਮ ਸਿੱਖ ਕੇ ਖੇਡੋ, ਚੰਗੀ ਤਰ੍ਹਾਂ ਖੇਡੋ। ਤੇ ਕਿਵੇਂ ਦੀ ਖੇਡ ਗੁਰੂ ਨੂੰ ਪਿਆਰੀ ਲੱਗਦੀ, ਮੈਂ ਇੱਕ ਸ਼ਬਦ ਸਾਂਝਾ ਕਰ ਦਿਆਂ। ਗੁਰੂ ਸਾਹਿਬ ਨੂੰ ਕਿਹੜਾ ਖਿਡਾਰੀ, ਜਿਵੇਂ ਰੈਫਰੀ ਕਹਿੰਦਾ ਨਾ, ਇੱਕ ਪਾਸੇ ਤੇ ਧੱਕਾ ਪੈਂਦਾ ਉਸ ਖਿਡਾਰੀ ਨੂੰ ਬਈ ਤੂੰ ਗਲਤ ਖੇਡਿਆ ਬਈ, ਬਾਹੋਂ ਫੜ ਕੇ ਖਿੱਚ ਕੇ ਧੱਕਾ ਮਾਰ ਕੇ ਬਾਹਰ ਕੱਢ ਦਿੰਦੇ ਨੇ। ਤੇ ਕੁਝ ਖਿਡਾਰੀ ਐਸੇ ਹੁੰਦੇ ਨੇ ਜਿਹਨੂੰ ਕਹਿੰਦੇ ਕਿ ਮੈਨ ਆਫ ਦਾ ਮੈਚ, ਬਈ ਇਹ ਸਾਰੇ ਮੈਚ ਦਾ ਖਾਸ ਖਿਲਾੜੀ ਹੈ, ਚੁਣਿਆ ਗਿਆ, ਅਵਾਰਡ ਦਿੱਤਾ ਜਾਏਗਾ, ਇਨਾਮ ਦਿੱਤਾ ਜਾਏਗਾ। ਵੀ ਇਹ ਕਿਉਂ ਹੈ? ਜਿੱਤੀ ਤੇ ਸਾਰੀ ਟੀਮ। ਇੱਕ ਖਿਡਾਰੀ ਨੂੰ ਇਹ ਬਿਹਤਰ ਖਿਡਾਰੀ ਹੋਣ ਦਾ ਇਨਾਮ ਕਿਉਂ ਮਿਲਿਆ? ਕਿਉਂਕਿ ਜਿੱਥੇ ਉਹ ਜਿੱਤਿਆ ਹੈ, ਜਿੱਥੇ ਖੇਡਿਆ ਹੈ, ਉੱਥੇ ਖੇਡਿਆ ਬੜੇ ਨਿਯਮ ਵਿੱਚ, ਬੜੇ ਤਰੀਕੇ ਵਿੱਚ, ਉਹਨੂੰ ਫਿਰ ਮਿਲਦੀ ਹੈ, ਇਹ ਅਵਾਰਡ ਮਿਲਦਾ ਹੈ। ਤੇ ਜਿਹੜਾ ਇੱਥੇ ਗਲਤ ਖੇਡਿਆ, ਗੁਰੂ ਸਾਹਿਬ ਨੇ ਕਿਸ ਮਨੁੱਖ ਨੂੰ ਕਿਹਾ ਵੀ ਆ ਤੈਨੂੰ ਇਨਾਮ ਦਿਆਂ? ਰੱਬ ਨੇ ਕਿਹਨੂੰ ਚੁਣਿਆ? ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹੋਗੇ ਨਾ, ਪੰਚ ਪ੍ਰਵਾਨ, ਪੰਚ ਚੁਣ ਲੈਂਦਾ ਰੱਬ ਵਿੱਚੋਂ ਸ੍ਰਿਸ਼ਟੀ ਦਿਓ ਕੁਝ ਲੋਕਾਂ ਨੂੰ, ਫਿਰ ਉਹਨਾਂ ਨੂੰ ਕੀ ਕਰ ਦਿੰਦਾ? ਉਹ ਪੰਚ ਪ੍ਰਧਾਨ, ਉਹਨਾਂ ਪੰਚਾਂ ਨੂੰ, ਉਹਨਾਂ ਚੁਣੇ ਹੋਏ ਲੋਕਾਂ ਨੂੰ ਪ੍ਰਧਾਨ ਕਰ ਦਿੰਦਾ, ਵੱਡੇ ਕਰ ਦਿੰਦਾ। ਪੰਚੇ ਪਾਵੇਂ ਦਰਗਹਿ ਮਾਨ, ਉਹਦੀ ਦਰਗਾਹ ਵਿੱਚ ਉਹਨਾਂ ਨੂੰ ਇਨਾਮ ਮਿਲਦਾ ਹੈ। ਪੰਚੇ ਸੋਹੈ ਦਰ ਰਾਜਾਨ, ਉਹਨਾਂ ਨੂੰ ਕਿਉਂ ਚੁਣਿਆ ਅਕਾਲ ਪੁਰਖ ਨੇ? ਕੀ ਕਾਰਨ ਸੀ? ਕਿਉਂਕਿ ਉਹਨਾਂ ਨੇ ਖੇਡ ਬੜੀ ਸੋਹਣੀ ਤਰ੍ਹਾਂ ਖੇਡੀ। ਹੁਣ ਮੈਂ ਉਸ ਖੇਡ ਦਾ ਥੋੜ੍ਹਾ ਜਿਹਾ ਜ਼ਿਕਰ ਕਰਦਿਆਂ ਵੀ ਸੰਸਾਰ ਰੂਪੀ ਇਸ ਮੈਚ ਵਿੱਚ ਕਿਹੜੀ ਖੇਡ ਗੁਰੂ ਨੂੰ ਪਿਆਰੀ ਹੈ। ਗੁਰਬਾਣੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਹੋਏ ਇਕੱਤਰ, ਇਹਦੇ ਵਿੱਚ ਦੋ ਗੱਲਾਂ ਨੇ। ਕਹਿੰਦੇ ਭਾਈ ਇਸ ਸੰਸਾਰ ਰੂਪੀ ਖੇਡ ਦੇ ਵਿੱਚ ਪਹਿਲਾਂ ਤੇ ਸੰਗਤ ਦੇ ਰੂਪ ਵਿੱਚ ਇਕੱਠੇ ਹੋਵੋ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਇਕੱਤਰ ਹੋ ਕੇ ਬਵੋ। ਤੇ ਦੂਸਰੀ ਗੱਲ, ਜਦੋਂ ਉੱਥੇ ਤੁਸੀਂ ਇਕੱਠੇ ਹੋ ਕੇ ਬਹਿੰਦੇ ਹੋ ਤੇ ਫਿਰ ਆਪਣੇ ਮਨ ਦੇ ਖਿੰਡੇ ਹੋਏ ਖਿਆਲਾਂ ਨੂੰ ਵੀ ਨਾਲ ਇਕੱਤਰ ਕਰੋ, ਇਕੱਠੇ ਕਰੋ, ਤੇ ਇਕੱਠੇ ਕਰਕੇ ਮਿਲੋ ਮੇਰੇ ਭਾਈ। ਕਿਹਨੂੰ ਮਿਲੋ?
ਸ਼ਬਦ ਨੂੰ ਮਿਲੋ, ਸੁਰਤ ਸ਼ਬਦ ਦੇ ਵਿੱਚ ਜੋੜ ਲਓ। ਹੋਏ ਇਕੱਤਰ ਮਿਲੋ ਮੇਰੇ ਭਾਈ, ਫਿਰ ਕਹਿੰਦੇ ਦੁਬਿਧਾ ਦੂਰ ਕਰੋ ਲਿਵ ਲਾਏ। ਮਨ ਦੀ ਜਿਹੜੀ ਦੁਬਿਧਾ ਉਹਨੂੰ ਬਾਹਰ ਕੱਢ ਦਿਓ। ਥੋੜ੍ਹਾ ਜਿਹਾ ਸਮਾਂ 24 ਘੰਟਿਆਂ ਵਿੱਚੋਂ ਇੱਕ ਤੇ ਇਸ ਤਰ੍ਹਾਂ ਦਾ ਹੋਣਾ ਹੀ ਚਾਹੀਦਾ ਜਦੋਂ ਬੰਦਾ ਸੰਸਾਰ ਨੂੰ ਭੁੱਲ ਜਾਏ, ਹੋਵੇ ਜਾਗਦਾ। ਵੈਸੇ ਨੀਂਦ ਤਾਂ ਬਣਾਈ ਸੀ ਅਕਾਲ ਪੁਰਖ ਨੇ ਕਿ ਬੰਦਾ ਸੰਸਾਰ ਤੋਂ, ਉਹਨੂੰ ਪਤਾ ਸੀ ਜੇ ਇਹਨੂੰ ਨੀਂਦ ਨਾ ਬਣਾਈ ਤੇ ਇਹਨੇ ਰਾਤ ਵੀ ਧਨ ਹੀ ਕਮਾਉਂਦੇ ਰਹਿਣਾ। ਉਹਨੇ ਇਹਦੀ ਮਨ ਦੀ ਸਥਿਤੀ ਜਾਣ ਲਈ ਸੀ ਵੀ ਜੇ ਰਾਤ ਨਾ ਬਣਾਈ, ਜੇ ਨੀਂਦ ਨਾ ਬਣਾਈ, ਇਹਨੇ ਰਾਤ ਵੀ ਧਨ ਹੀ ਕਮਾਈ ਜਾਣਾ, ਰਾਤ ਵੀ ਇਹਨੇ ਸੋਚੀ ਜਾਣਾ, ਰਾਤ ਵੀ ਇਹਨੇ ਬੋਲੀ ਜਾਣਾ, ਖਾਈ ਜਾਣਾ। ਤੇ ਜੇ ਇਸ ਤਰ੍ਹਾਂ 1 ਸਾਲ ਚੱਲ ਗਿਆ ਤੇ ਪਾਗਲ ਹੋ ਜਾਏਗਾ। ਇਹਨੇ ਪਾਗਲਾਂ ਨੂੰ ਕਿੱਥੇ ਲੈ ਕੇ ਜਾਵਾਂਗਾ ਮੈਂ। ਫਿਰ ਉਹਨੇ ਇੱਕ ਸਿਸਟਮ ਬਣਾਇਆ ਵੀ 24 ਘੰਟਿਆਂ ਵਿੱਚੋਂ 7 ਘੰਟੇ ਇਹਨੂੰ ਨੀਂਦ ਆਵੇਗੀ, ਡਿੱਗੇਗਾ, ਸੰਸਾਰ ਤੋਂ ਛੁੱਟੇਗਾ। ਨੀਂਦ ਦਾ ਮਤਲਬ ਕੱਟ ਆਫ, ਸੰਸਾਰ ਦੇ ਨਾਲੋਂ ਨਾਤਾ ਟੁੱਟ ਜਾਣਾ। ਨੀਂਦ ਤਾਂ ਪੈਦਾ ਕੀਤੀ ਸੀ ਸੰਸਾਰ ਤੋਂ ਤੋੜਿਆ ਜਾਏ। ਕੁਦਰਤ ਨੇ ਜਿੱਥੇ ਸਾਨੂੰ ਸੰਸਾਰ ਨਾਲ ਜੋੜਿਆ, ਸੰਸਾਰ ਵਿੱਚ ਭੇਜਿਆ, ਇੱਥੇ ਭੇਜ ਕੇ ਵੀ ਕੁਦਰਤ ਦਾ ਇੱਕ ਨਿਯਮ ਹੈ ਵੀ 24 ਘੰਟਿਆਂ ਵਿੱਚੋਂ 7 ਘੰਟੇ ਟੁੱਟ ਜਾ ਇਹਦੇ ਨਾਲੋਂ, ਕਿਉਂਕਿ ਜੇ ਤੂੰ 24 ਦੇ 24 ਘੰਟੇ ਜੁੜ ਗਿਆ ਪਾਗਲ ਹੋ ਜਾਏਗਾ। ਤੁਸੀਂ ਵੇਖਿਆ ਨਾ, ਗੂੜੀ ਨੀਂਦ ਨਾ ਆਵੇ ਮਨੁੱਖ ਕਿਵੇਂ ਦਾ ਹੋ ਜਾਂਦਾ। ਨੀਂਦ ਦਾ ਕੰਮ ਤਾਂ ਬਣਾਈ ਸੰਸਾਰ ਤੋਂ ਟੁੱਟੇ 24 ਘੰਟਿਆਂ ਵਿੱਚ। ਹੁਣ ਗੁਰੂ ਸਾਹਿਬ ਨੇ ਇੱਕ ਹੋਰ ਤਰੀਕਾ ਦੱਸਿਆ। ਉਹ ਕਹਿੰਦੇ ਤੇ ਸੌਣਾ ਹੈ ਨਾ, ਤੂੰ ਸੌਂ ਗਿਆ, ਗਵਾਚ ਗਿਆ, ਕੋਈ ਪਤਾ ਨਹੀਂ ਤੂੰ ਅਮੀਰ ਹੈ ਕਿ ਗਰੀਬ ਹੈ, ਕਿ ਤੂੰ ਰਾਜਾ ਹੈ ਕਿ ਪਰਜਾ ਹੈ, ਚੋਰ ਹੈ ਕਿ ਸੰਤ ਹੈ, ਕੌਣ, ਚੇਤਾ ਭੁੱਲ ਗਿਆ ਸੌਣ ਲੱਗਿਆ ਨੀਂਦ ਵਿੱਚ। ਤੇ ਗੁਰੂ ਸਾਹਿਬ ਨੇ ਜਿਹਨੂੰ ਇੱਕ ਬਚਨ ਕਿਹਾ ਨਾ ਵੀ ਸੁਰਤ ਸ਼ਬਦ ਭਵ ਸਾਗਰ ਤਰੀਐ, ਜਿਹਨੂੰ ਕਹਿੰਦੇ ਨੇ ਸੁਣੀਐ ਲਾਗੈ ਸਹਿਜ ਧਿਆਨ। ਉੱਥੇ ਨੀਂਦ ਵਿੱਚ ਨਹੀਂ ਬੰਦਾ ਸੰਸਾਰ ਨਾਲੋਂ ਟੁੱਟਦਾ, ਜਾਗਦਾ ਹੋਇਆ ਟੁੱਟਦਾ ਹੈ। ਉਹਨੂੰ ਪਤਾ ਵੀ ਹੁੰਦਾ ਹੈ ਮੈਂ ਟੁੱਟ ਗਿਆ, ਸੰਬੰਧ ਟੁੱਟ ਗਏ ਨੇ ਸੰਸਾਰ ਨਾਲੋਂ। ਉਹ ਇਸ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਮੈਂ ਕਿਸੇ ਪਹਾੜ ਦੀ ਚੋਟੀ ਤੇ ਚਲਾ ਗਿਆ, ਰਹਿ ਗਿਆ ਬਾਜ਼ਾਰ ਇੱਥੇ ਹੀ, ਬੜੀ ਦੂਰ ਦਿਸਦਾ ਉਸ ਨੂੰ। ਗੁਰਮੁਖ ਨੂੰ ਜਿਹਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਗੁਰਬਾਣੀ ਵਿੱਚ ਲੀਨ ਹੋ ਜਾਂਦੀ ਏ, ਉਹਦੀ ਆਤਮ ਸਥਿਤੀ ਜਿਹੜੀ ਹੈ ਬੜੀ ਉਚਿਆਣ ਤੇ ਚਲੀ ਜਾਂਦੀ, ਉੱਚੀ ਚਲੀ ਜਾਂਦੀ। ਭੁੱਲ ਗਈ ਦੁਕਾਨ, ਗ੍ਰਾਹਕਾਂ ਦਾ ਕਾਮਾ ਰੌਲੀ ਪਿੱਛੇ ਰਹਿ ਗਿਆ, ਬਾਜ਼ਾਰ ਦਾ ਧੂੜ ਧੱਪਾ ਛੁੱਟ ਗਿਆ, ਸਭ ਪਿੱਛੇ ਰਹਿ ਗਿਆ। ਤੇ 1 ਘੰਟਾ ਜੇ ਉਹਦੇ ਤੋਂ ਬਾਹਰ ਰਹਿ ਜਾਏ ਮਨੁੱਖ, ਜਦੋਂ ਮੁੜਦਾ ਹੈ ਫਿਰ ਉਹਨੂੰ ਇੰਜ ਲੱਗਦਾ ਜਿਵੇਂ ਕਿਤੇ ਉਹ ਨਹਾ ਕੇ ਆਇਆ, ਇਸ਼ਨਾਨ ਕਰਕੇ ਕਿਸੇ ਨਦੀ ਵਿੱਚ, ਸਾਫ ਸੁਥਰਾ ਬਿਲਕੁਲ, ਸਰੀਰ ਨਹੀਂ, ਅੰਦਰੋਂ ਨਹਾ ਕੇ ਆਇਆ ਹੈ, ਆਪਣੇ ਆਪ ਨੂੰ ਧੋ ਆਇਆ ਹੈ 24 ਘੰਟਿਆਂ ਵਾਸਤੇ। ਕਿਉਂਕਿ ਹੁਣ ਫਿਰ ਮੈਲ ਪੈਣੀ, ਬੋਲੇਗਾ, ਵਿਚਰੇਗਾ, ਗੱਲਬਾਤ ਹੋਏਗੀ, ਇਹਨਾਂ ਝੱਖੜਾਂ ਵਿੱਚ ਪਵੇਗਾ, ਲੜਾਈਆਂ ਝਗੜੇ ਵੀ ਹੋਣੇ ਨੇ, ਮਾਮਲੇ ਪੈਣਗੇ। ਫਿਰ ਇਹਨਾਂ ਵਿੱਚੋਂ 24 ਘੰਟਿਆਂ ਵਾਸਤੇ ਫਿਰ ਨਿਕਲ ਜਾਂਦਾ। ਇਹਨੂੰ ਕਹਿੰਦੇ ਨੇ ਗੁਰਮਤਿ ਦਾ ਜਿਹੜਾ ਸੰਸਾਰ ਵਿੱਚ ਰਹਿਣ ਦਾ ਤਰੀਕਾ ਹੈ। ਕੁਦਰਤ ਨੇ ਵੀ ਲਗਾਤਾਰ ਸੰਸਾਰ ਨਾਲ ਜੁੜਨ ਦੀ ਸਾਨੂੰ ਇਜਾਜ਼ਤ ਨਹੀਂ ਦਿੱਤੀ, ਇਹ ਅਸੀਂ ਆਪ ਬਣਾ ਲਈਏ। ਵੀ ਸੁਪਨਿਆਂ ਵਿੱਚ ਵੀ ਗੁਰਬਾਣੀ ਨੇ ਬਚਨ ਕੀਤਾ ਹੈ, 8 ਪਹਿਰਾਂ ਦੀ ਗੱਲ ਕੀਤੀ ਤੇ ਫਿਰ ਨੀਂਦ ਦੀ ਗੱਲ ਕੀਤੀ। ਨੀਂਦ ਵਿੱਚ ਕਿਵੇਂ ਮਨਮੁਖ ਸੌਂਦਾ ਹੈ ਉਹਦੀ ਵੀ ਨਿਸ਼ਾਨੀ ਕਹੀਏ, ਤੇ ਨੀਂਦ ਵਿੱਚ ਗੁਰਮੁਖ ਕਿਵੇਂ ਸੌਂਦਾ ਉਹਦੀ ਵੀ ਨਿਸ਼ਾਨੀ ਕਹੀਏ। ਮਨਮੁਖ ਸੌਂਦਾ ਹੈ, ਨਵੇਂ ਸੋਤ ਸਭ ਢਿੱਲਾ, ਉਹਦੇ 9 ਦੁਆਰੇ ਢਿੱਲੇ ਹੋ ਜਾਂਦੇ ਨੇ, ਅੱਖਾਂ ਕਿਤੇ ਪਈਆਂ ਨੇ, ਸਿਰ ਕਿਤੇ ਖਿਲਰਿਆ ਹੋਇਆ। ਇਹ ਮਨਮੁਖ ਦੀ ਨੀਂਦ ਹੈ, ਕੋਈ ਪਤਾ ਨਹੀਂ ਕਿੱਥੇ ਪਿਆ। ਗੁਰਮੁਖ ਦੀ ਵੀ ਨੀਂਦ ਹੈ ਬਹੁਤ ਗੂੜੀ, ਗੁਰਮੁਖ ਕੋਲ ਨੀਂਦ ਗੂੜੀ ਹੈ, ਪਰ ਉਹਦੇ 9 ਦੁਆਰੇ ਸੁਚੇਤ ਰਹਿੰਦੇ ਨੀਂਦ ਵਿੱਚ। ਉਹ ਇੱਧਰ ਉੱਧਰ ਨਹੀਂ ਡਿੱਗੇਗਾ, ਇੱਧਰ ਉੱਧਰ ਜਾਏਗਾ ਨਹੀਂ। ਤੇ ਤੁਸੀਂ ਥੋੜ੍ਹੀ ਜਿਹੀ ਆਵਾਜ਼ ਦਿਓ ਨਾਲ ਹੀ ਖੜਾ ਹੋ ਜਾਏਗਾ, ਜਾਗ ਪਏਗਾ। ਪਰ ਨੀਂਦ ਵੀ ਬੜੀ ਗੂੜੀ ਹੈ। ਇਹ ਗੁਰਮੁਖ ਦੀ ਨੀਂਦ ਹੈ। ਗਾਫਲ ਹੋ ਕੇ ਨਹੀਂ ਸੁੱਤਾ, ਜਾਗਦਾ ਹੋਇਆ ਸੁੱਤਾ, ਇਉਂ ਕਹੀਏ। ਤੇ ਮੈਂ ਇਹਦੇ ਉੱਤੇ ਇੱਕ ਪਰਿਭਾਸ਼ਾ
मेरी जो समझ विच आई है, मनमुख सौंदा है, मनमुख जागदा है, जाग विच भी सुता रहिंदा है, पूरी तरह जागदा नहीं, जाग दे विच सुता रहिंदा अद्धा। गुरमुख सौंदा है तो नींद दे विच भी जागदा रहिंदा है। गुरमुख जागै नींद ना सोवै, गुरमुख नींद विच पूरा नहीं सौंदा। ब्रह्म ज्ञानी सदा सद जागत, ब्रह्म ज्ञानी अह बुद्ध त्याग। वो नींद दे विच रहिंदा। मैं गल कर रहा सी कि गुरु साहब ने बचन किया, कहन लगे सब तो पहला खेड किवें खेडीए, कहंदे होए इकत्तर मिलो मेरे भाई, दुबदा दूर करो लिव लाए। फिर एक खेड किवें खेडीए, कहन लगे हर नामे के होवो जोड़ी, गुरमुख बैसो सफा विछाए। सफा विछाए, जमीन ते बैठो सफा विछा के। ये गुरु साहब का हुक्म है। किते किते गुरमुख करते हैं सुविधा अनुसार, जिन्हां कोल है ना थां, वो जमीन ते बह के अभ्यास करते हैं। ये कोई कर्म कांड नहीं है। गुरु ग्रंथ साहब विच क्या है, गुरमुख बैसो सफा विछाए। सफा विछा के थले बैठो, ज़्यादा ध्यान जुड़ता जमीन दे उत्ते। बाद विच जदों बंदा इहदे विच पूरी तरह कामयाब हो जाए, फिर उन्होंने कोई फर्क नहीं, वो जमीन ते बवे के तखत ते बवे, साइकिल ते होवे के रेल गड्डी विच के जहाज, सब एक ही है, उत्थे नहीं फर्क पैंदा। पर जिथों आपां शुरू करना, जिथे असीं खड़े हैं, उन्होंने कहंदे गुरमुख बैसो सफा विछाए, हर नामे के होवो जोड़ी। ते उत्थे बह के नाम दे नाल सुरत जोड़नी है। इहदे विच अगे जाके एक शब्द आउंदा है, कर्म धर्म दोए चौपड़ साधो। एक होर बचन आउंदा भी किहड़ी खेड खेडीए जिहड़ी गुरु नूं प्यारी है। वो कहंदे ने उठ इशनान करो प्रभाते, ये गुरु का हुक्म है। इत्थों खेड शुरू हो गई, टास हो गया उस खेड का। ना लिखिया गया भी ये विद्यार्थी खेडेगा हुण, जिन्हें इशनान कर लिया अमृत वेले, जिन्हें इशनान कर लिया उहदी एडमिशन हो गई इस गुरु की खेड विच। उठ इशनान करो प्रभाते, सोए हर आराधे। ਉਹਦੇ ਨਾਲ ਕੀ ਹੋਵੇਗਾ, ਕਹਿੰਦੇ ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ। ਹੁਣ ਜਦੋਂ ਤੂੰ ਇਹ ਖੇਡ ਖੇਡੇਗਾ ਨਾ, ਤੇ ਕਈ ਮੋੜ ਐਸੇ ਨੇ ਜਿਹੜੇ ਬੜੇ ਬਿਖੜੇ ਨੇ ਦਿਨ ਵਿੱਚ, ਇਸ ਖੇਡ ਵਿੱਚ ਜਿੱਥੋਂ ਮੁੜਿਆ ਨਹੀਂ ਜਾਂਦਾ। ਸੁਖ ਸਹਿਜ ਸੇਤੀ ਘਰ ਜਾਤੇ, ਐਸੇ ਖਿਡਾਰੀ, ਐਸੇ ਗੁਰਮੁਖ ਸਹਿਜ ਨਾਲ ਇਸ ਖੇਡ ਵਿੱਚੋਂ ਪਾਰ ਚਲੇ ਜਾਂਦੇ ਨੇ, ਨਿਕਲ ਜਾਂਦੇ ਨੇ। फिर जिन्हां ने खेड खेडीए, हजूर कहंदे जन नानक गुरमुख जो नर खेलै, सो जिन बाजी घर आया। उन्हें बाजी जित लई, उन्हें इस गेम विचों जित प्राप्त कर लई। हुण चुनिया गया, चंगा खेडिया है झूठा सी। वेखो किवें दा जोड़ है। इनू कहते भी जीवन जिउण की जुगत। आपां ते जुगत चलो ये चंगी है, असी जिथे फस के रह गए ना भी आह जुगत है वो ठीक, मैं उसका खंडन नहीं करांगा। पर सानू एक भुलेखा पै गया भी पग इधर की बजी ते तां जीवन जुगत है। रोटी इस पासों पहला तोड़ के खानी शुरू की तां जुगत है। जे उठे इस तरह, बैठे इस तरह, लावां इस तरह लईआं ते यही है जुगत। जुगत की शुरुआत है, पूरी नहीं जे जुगत। जुगत ये है कि होए इकत्तर मिलो मेरे भाई, दुबदा दूर करो लिव लाई। इस संसार नूं तमाशा वेखना, रोल अदा करना, पति का, पत्नी का, टीचर का, विद्यार्थी का, भैन का, भरा का, राजे का, प्रजा का रोल, ये सारा कुछ एक रोल है। जिन्हों समझ में आ गया वो तर गया, जिन्हों समझ में आ गया वो अगे चला गया। तो मैं बेनती कर रहा सा, कबीर जी का शब्द है, वो कहते संसार एक तमाशा, इनू चंगी तरह वेख लै। कबीर साहब कहते ऐसो ये संसार पेखना, रह न को पई है रे, सूदे सूदे रेग चलो तुम। सूदे दा अर्थ शुद्ध, चंगी तरह इस खेड विचों लंघ। जिमें गुरु ने तेनू कहा
ਕੋਚਿੰਗ ਦਿੱਤੀ ਹੈ, ਸਿਖਲਾਈ ਦਿੱਤੀ ਹੈ, ਉਸ ਤਰ੍ਹਾਂ ਖੇਡੀ ਇਸ ਮੈਚ ਵਿੱਚ। ਸੁੱਧੇ ਸੁੱਧੇ ਰੇਗ, ਰੇਗ ਦਾ ਮਤਲਬ ਹੈ ਰੇਂਗਣਾ, ਜ਼ਮੀਨ ਦੇ ਉੱਤੇ ਲੰਮੇ ਪੈ ਕੇ ਤੁਰਨ। ਇਹਦਾ ਮਤਲਬ ਹੈ ਨਿਮਰਤਾ ਨਾਲ ਤੁਰੀ। ਇੱਥੇ ਰੇਂਗਣ ਦਾ ਮਤਲਬ ਹੈ ਜ਼ਮੀਨ ਤੇ ਤੁਰਨਾ, ਝੁਕ ਕੇ ਤੁਰਨਾ। ਸੁੱਧੇ ਸੁੱਧੇ ਰੇਂਗ ਚਲੋ ਤੁਮ ਨਤਰ, ਨਤਰ ਦਾ ਅਰਥ ਹੈ ਨਹੀਂ ਤਾਂ। ਕੁਧੱਕਾ ਦਵਈ ਖੈਰੇ, ਕੁਧੱਕਾ ਦਾ ਅਰਥ ਇੱਕ ਹੁੰਦਾ ਧੱਕਾ। ਆਪਾਂ ਕਿਸੇ ਬੰਦੇ ਨੂੰ ਥੋੜਾ ਜਿਹਾ ਧੱਕਾ ਮਾਰਨੇ ਆ ਵੀ ਪਾਸੇ ਹੋ ਜਾ, ਤੇ ਕੁਧੱਕਾ ਕੀ ਹੁੰਦਾ ਹੈ? ਉਹ ਹੁੰਦਾ ਵੀ ਬੜਾ ਹੀ ਕਰੂਰ ਧੱਕਾ, ਭੈੜਾ। ਜਿਵੇਂ ਕਿਸੇ ਬੰਦੇ ਨੂੰ ਗਰਦਨ ਤੋਂ ਫੜ ਕੇ ਦੂਜਾ ਖਿੱਚ ਕੇ ਬਾਹਰ ਮਾਰਦਾ ਹੈ। ਕਹਿੰਦੇ ਜੇ ਤੂੰ ਠੀਕ ਨਾ ਇਸ ਮੈਚ ਵਿੱਚ ਖੇਡਿਆ, ਇਹਨੂੰ ਤਮਾਸ਼ਾ ਨਾ ਸਮਝਿਆ ਤੂੰ, ਤੇ ਤੈਨੂੰ ਜਮਾਂ ਨੇ ਖਿੱਚ ਕੇ ਪਟਕਾ ਕੇ ਬਾਹਰ ਮਾਰਨਾ। ਫਿਰ ਜਮ ਡੰਡਾ ਗਲ ਸੰਗਲ ਪੜਿਆ, ਜਾਂ ਹੋਰ ਉਦਾਹਰਨਾਂ ਦਿੱਤੀਆਂ। ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ, ਕਾਗਦ ਜਿਉ ਗਲ ਜਾਏਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਜੇ ਤੂੰ ਗਲਤ ਖੇਡਿਆ, ਨਤਰ ਕੁਧੱਕਾ ਦਵਈ ਹੈ। ਫਿਰ ਇੱਥੇ ਇੱਕ ਹੋਰ ਬੜੀ ਅਚਰਜ ਗੱਲ ਲਿਖੀ। ਕਹਿਣ ਲੱਗੇ ਇੱਥੇ ਇੱਕ ਬਹੁਤ ਵੱਡੀ ਗੱਲ ਜੇ, ਵੀ ਇਸ ਸੰਸਾਰ ਰੂਪੀ ਤਮਾਸ਼ੇ ਵਿੱਚ ਹੋਰ ਬੜਾ ਕੁਝ ਵਾਪਰਦਾ ਹੈ। ਇਸ ਤਮਾਸ਼ੇ ਵਿੱਚੋਂ ਜਦੋਂ ਮੌਤ ਆਉਂਦੀ ਹੈ, ਉਹ ਇਹ ਨਹੀਂ ਪੁੱਛਦੀ ਵੀ ਇਹ ਬੱਚਾ ਹੈ, ਜਵਾਨ ਹੈ ਕਿ ਵੱਡਾ ਹੈ, ਅਮੀਰ ਹੈ ਕਿ ਗਰੀਬ ਹੈ। ਕੋਈ ਵਾਹ ਨਹੀਂ ਜਾਂਦੀ ਅੱਗੇ। ਬਾਰੇ ਬੂਢੇ ਤਰੁਣੇ ਭਈਆ, ਸਗਲੇ ਜੰਮ ਲੈ ਜਈ ਹੈ ਰੇ। ਬਾਰੇ ਬੱਚੇ, ਤਮਾਸ਼ਾ ਚੱਲ ਰਿਹਾ ਸੀ ਤੇ ਬੱਚਾ ਖੜਾ ਸੀ। ਉਹਨੂੰ ਕਿਹਾ ਵੀ ਤੇਰੀ ਟਿਕਟ ਖਤਮ ਹੋ ਗਈ, ਚੱਲ ਬਾਹਰ ਹੋ ਜਾ। ਉੱਥੇ ਕੋਈ ਲਿਹਾਜ਼ ਨਹੀਂ, ਬੱਚੇ ਨੂੰ ਬਾਹਰ ਕੱਢਤਾ। ਬਾਰੇ ਬੂਢੇ ਤਰੁਣੇ, ਤਰੁਣੇ ਦਾ ਅਰਥ ਹੈ ਜਵਾਨ। ਬਾਰੇ ਬੂਢੇ ਤਰੁਣੇ ਭਈਏ, ਭਈਆ ਸਗਲੇ ਜੰਮ ਲੈ ਜਈ ਹੈ ਰੇ। ਫਿਰ ਇੱਕ ਹੋਰ ਬਚਨ ਕੀਤਾ। ਕਹਿਣ ਲੱਗੇ ਮਾਨਸ ਬਪੁਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਇਹ ਮਨੁੱਖ ਚੂਹਾ ਹੈ, ਮੂਸਾ ਦਾ ਅਰਥ ਹੈ ਚੂਹਾ। ਤੇ ਮੌਤ ਦੀ ਬਿੱਲੀ, ਜਿਵੇਂ ਬਿੱਲੀ ਜਦੋਂ ਲੁਕ ਜਾਂਦੀ ਨਾ ਸਾਈਡ ਤੇ ਕਿਸੇ ਓਹਲੇ ਵਿੱਚ ਬਹਿ ਕੇ ਵੇਖਦੀ, ਤੇ ਚੂਹਾ ਜਿਹੜਾ ਛਾਲਾ ਮਾਰ ਮਾਰ ਕੇ ਨੱਚਦਾ ਵੀ ਬੜੀ ਮੌਜ ਹੈ, ਵਾਧੂ ਦਾਣੇ ਖਾਣ ਵਾਸਤੇ। ਖਾ ਖਾ ਕੇ ਛਾਲਾ ਮਾਰਦਾ, ਨੱਚਦਾ, ਮੂਰਖ ਹੈ। ਉਹਨੂੰ ਇਹ ਨਹੀਂ ਪਤਾ ਵੀ ਬਿੱਲੀ ਲੁੱਕ ਕੇ ਵੇਖਣ ਡਈ, ਉਹਨੇ ਤੇਰੇ ਹੁਣੇ ਝਪਟ ਮਾਰ ਕੇ ਤੇਰਾ ਸਮਾਪਤੀ ਕਰ ਦੇਣੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਮਨੁੱਖ ਮੁੱਸਾ ਹੈ, ਚੂਹਾ ਹੈ। ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰੇ ਫਿਰਤ ਹੈ, ਭੱਜਦਾ ਫਿਰਦਾ। ਤੇ ਇਹਦੇ ਉੱਤੇ ਇੱਕ ਮੌਤ ਰੂਪੀ ਬਿੱਲੀ ਬੈਠੀ ਹੋਈ ਹੈ। ਉਹਦੀ ਇਹਨੂੰ ਖਬਰ ਨਹੀਂ, ਪਤਾ ਨਹੀਂ ਕਿੱਥੇ ਲੁਕੀ ਹੋਈ ਹੈ। ਬੜੀ ਨੇੜੇ ਲੁਕੀ ਹੈ, ਉਹਨੂੰ ਹੋਰ ਨਹੀਂ ਕਿਤੇ ਲੁਕਣਾ ਪੈਂਦਾ। ਇਹਦੇ ਸਵਾਸਾਂ ਵਿੱਚ ਮੌਤ ਲੁਕ ਕੇ ਬੈਠੀ, ਗਿਣ ਰਹੀ ਹੈ, ਗਿਣ ਰਹੀ ਹੈ ਕਿੰਨੇ ਚਲੇ ਗਏ, ਕਿੰਨੇ ਰਹਿ ਗਏ। ਇੱਕ ਇੱਕ ਨੂੰ ਵੇਖ ਰਹੀ ਹੈ ਵੀ ਕਿੱਦਣ ਹੋਣਗੇ ਸਮਾਪਤ, ਕਿੱਦਣ ਇਹਨੂੰ ਝਪਟ ਮਾਰਨੀ ਹੈ। ਇਹਨੂੰ ਕਹਿੰਦੇ ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਫਿਰ ਇੱਕ ਹੋਰ ਬਚਨ ਕੀਤਾ। ਕਹਿਣ ਲੱਗੇ ਧਨਵੰਤਾ ਅਰ ਨਿਰਤਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ। ਕਹਿੰਦੇ ਇਸ ਸੰਸਾਰ ਰੂਪੀ ਖੇਡ ਵਿੱਚੋਂ ਕੱਢਣ ਲੱਗਿਆਂ ਉਹ ਜਿਹੜੀ ਮੌਤ ਹੈ, ਉਹ ਕਦੇ ਨਹੀਂ ਵਹਿੰਦੀ ਵੀ ਇਹ ਜਿਹੜਾ ਘਰ ਹੈ ਬੜਾ ਵੱਡਾ ਹੈ, ਡਿਉੜੀ ਬੜੀ ਵੱਡੀ ਹੈ, ਬਾਹਰ 1-1 ਕਰੋੜ ਵਾਲੀਆਂ ਗੱਡੀਆਂ ਖੜੀਆਂ ਨੇ, ਪਹਿਰੇਦਾਰ ਖੜਾ ਹੈ। ਸੰਸਾਰ ਵਿੱਚ ਤੇ ਚੱਲਦਾ ਨਾ, ਬੰਦਾ ਇਸ ਘਰ ਦੇ ਕੋਲੋਂ ਲੰਘਣ ਲੱਗਿਆ ਵੀ ਥੋੜ੍ਹਾ ਜਿਹਾ ਬਚਾ ਹੀ ਰੱਖਦਾ। ਬੜੀ ਵੱਡੀ ਪਲੇਟ ਚਮਕਦੀ ਹੈ ਪਈ, ਨਾਲ ਕਈ ਅਹੁਦੇ ਲਿਖੇ ਹੋਏ ਨੇ। ਕਹਿੰਦੇ ਮੌਤ ਨਹੀਂ ਪਰਵਾਹ ਕਰਦੀ, ਭਾਵੇਂ ਪਲੇਟ ਵੱਡੀ ਲੱਗੀ ਹੋਵੇ ਤੇ ਭਾਵੇਂ ਝੁੱਗੀ ਵਿੱਚ ਬੈਠਾ ਹੋਵੇ, ਦੋਵਾਂ ਨੂੰ ਬਰਾਬਰ ਇੱਕੋ ਰੱਸੇ ਨਾਲ ਬੰਨ੍ਹ ਕੇ ਲੈ ਜਾਂਦੀ ਹੈ। ਉੱਥੇ ਕੋਈ ਫਰਕ ਨਹੀਂ ਹੈ। ਇਹ ਠੀਕ ਹੈ, ਸਮਾਗਮ ਵੱਡਾ ਹੋ ਜਾਏਗਾ ਬਾਅਦ ਵਿੱਚ, ਇਹ ਫਰਕ ਪੈ ਸਕਦਾ ਹੈ।
ਵੀ ਵੱਡਾ ਆਦਮੀ ਗਿਆ, ਉਹਦਾ ਭੋਗ ਵੱਡਾ ਹੋ ਸਕਦਾ ਹੈ, ਸੜਕਾਂ ਬੰਦ ਹੋ ਸਕਦੀਆਂ, ਜਾਂ ਵੱਡੇ ਵੱਡੇ ਕਲਾਕਾਰ ਲੱਖ ਲੱਖ ਰੁਪਈਆ ਲੈਣ ਵਾਲੇ ਆ ਸਕਦੇ ਨੇ। ਅਮੀਰ ਲੋਕ ਜਿਹੜੇ ਨਾ ਉਹ ਫਿਰ ਪਤਾ ਕਰਦੇ ਨੇ ਵੀ ਸਭ ਤੋਂ ਜ਼ਿਆਦਾ ਪੈਸੇ ਕਿਹੜਾ ਲੈਂਦਾ ਹੈ, ਉਹਨੂੰ ਬੁਲਾਈਏ ਬਾਪੂ ਦੇ ਭੋਗ ਦੇ। ਅਮੀਰ ਨੇ ਨਾ, ਤੇ ਵਿਚਾਰਾ ਗਰੀਬ ਉਹ ਤੇ ਭਾਈ ਸਾਹਿਬ ਨੂੰ ਕਹਿੰਦਾ ਵੀ ਤੁਸੀਂ 101 ਨਾਲ ਕਰ ਦਿਓ ਅਰਦਾਸ। ਕਬੀਰ ਸਾਹਿਬ ਕਹਿੰਦੇ ਨੇ ਇੱਧਰ ਫਰਕ ਹੈ, ਉੱਧਰ ਕੋਈ ਫਰਕ ਨਹੀਂ। ਕਹਿਣ ਲੱਗੇ ਆਪਣੇ ਆਪ ਨੂੰ ਵੱਡੇ ਕਹਿਣ ਵਾਲਿਓ, ਅੱਗੇ ਝਾਤੀ ਮਾਰ ਕੇ ਵੇਖੋ, ਉੱਥੇ ਝੁੱਗੀ ਵਾਲੇ ਤੇ ਵੱਡੀ ਕੋਠੀ ਵਾਲੇ ਬਰਾਬਰ ਲੰਮੇ ਪਾਏ ਹੋਏ ਨੇ। ਅਜੇ ਗਰੀਬ ਨੂੰ ਥੋੜ੍ਹੀ ਜਿਹੀ ਰਿਆਇਤ ਕਰ ਦਿੰਦੇ ਨੇ, ਉਹਨੂੰ ਥੋੜ੍ਹਾ ਜਿਹਾ ਘੱਟ ਸੇਕ ਵਾਲੇ ਪਾਸੇ ਲਿਜਾਣਗੇ, ਤੇ ਦੂਜੇ ਨੂੰ ਤੇ ਕਹਿੰਦੇ ਇਹਨੇ ਬਹੁਤ ਐਸ਼ ਲਈ, ਹੁਣ ਇਹਦੀ ਕਰੋ ਹਿਸਾਬ ਬਰਾਬਰ। ਧਨਵੰਤਾ ਅਰ ਨਿਰਤਨ ਮਨੇ ਤਾਂ ਕਿ ਕਛੂ ਨਾ ਕਾਨੀ ਰੇ, ਕੋਈ ਕਾਨ ਨਹੀਂ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਫਿਰ ਕਹਿੰਦੇ ਰਾਜਾ ਪ੍ਰਜਾ ਸਮ ਕਰ ਮਾਨੈ ਮਾਰੈ ਐਸੋ ਕਾਲ ਬਿਡਾਨੀ ਰੇ। ਰਾਜਿਆਂ ਨੂੰ ਤੇ ਪ੍ਰਜਾ ਨੂੰ ਬਰਾਬਰ ਲਈ ਜਾਂਦਾ। ਮਹਾਰਾਜ ਇਹਦੇ ਵਿੱਚੋਂ ਕੋਈ ਬਚਿਆ ਵੀ ਏ ਕਿ ਸਾਰਿਆਂ ਨੂੰ ਟੰਗ ਦਿੱਤਾ ਫੜ ਕੇ? ਕਹਿਣ ਲੱਗੇ ਹਾਂ ਬਚੇ ਨੇ, ਕੁਝ ਬਚੇ ਨੇ। ਕੌਣ? ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਥਾ ਕੁਝ ਵੱਖਰੀ ਹੈ ਸੰਸਾਰ ਨਾਲੋਂ। ਵੇਖੋ ਫਰਕ ਪਾ ਦਿੱਤਾ। ਗੁਰਬਾਣੀ ਵਿੱਚ ਮੌਤ ਸੰਬੰਧੀ ਜਿੰਨੇ ਨਿਯਮ ਲਿਖੇ ਗਏ ਨੇ ਜੀਵਨ ਸੰਬੰਧੀ, ਜਿਹੜਾ ਮਨੁੱਖ ਇਸ ਜੀਵਨ ਤੋਂ ਪਾਰ ਹੀ ਚਲਾ ਗਿਆ, ਦੇਹ ਤੋਂ ਹੀ ਪਾਰ ਚਲਾ ਗਿਆ ਜਿਉਂਦੇ ਜੀ। ਤੇ ਤੁਹਾਨੂੰ ਪਤਾ ਨਾ, ਜਦੋਂ ਅਸੀਂ ਇੱਕ ਦੇਸ਼ ਛੱਡ ਕੇ ਦੂਜੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਤੇ ਇੱਥੋਂ ਵਾਲੇ ਨਿਯਮ ਉੱਥੇ ਲਾਗੂ ਨਹੀਂ ਹੁੰਦੇ। ਸ਼ਰਨ ਲੈ ਲੈਂਦਾ ਮਨੁੱਖ। ਆ ਕਈ ਵੱਡੇ ਵੱਡੇ ਲੋਕ ਹੁੰਦੇ ਉਹਨੂੰ ਕਹਿੰਦੇ ਨੇ ਰਾਜਨੀਤਿਕ ਸ਼ਰਨ ਲਈ ਹੈ। ਕੀ ਹੁੰਦਾ ਉਹਦੇ ਨਾਲ? ਕਿ ਉਹਦੇ ਉੱਤੇ ਜਿਹੜੇ ਇੱਥੇ ਕੇਸ ਹੁੰਦੇ ਨੇ ਨਾ, ਇੱਥੇ ਜਿਹੜੇ ਉਹਦੇ ਉੱਤੇ ਨਿਯਮ ਲਾਗੂ ਨੇ ਇਸ ਦੇਸ਼ ਦੇ, ਉੱਥੇ ਜਾ ਕੇ ਨਹੀਂ ਹੁੰਦੇ, ਦੂਜੀ ਦੁਨੀਆ ਵਿੱਚ ਚਲਾ ਗਿਆ। ਗੁਰਮੁਖ ਕੌਣ ਹੈ? ਕਿਵੇਂ ਬਚਦਾ ਹੈ? ਉਹਦਾ ਦੇਸ਼ ਤਬਦੀਲ ਹੋ ਗਿਆ। ਜਿਹੜੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਉਸ ਦੇਸ਼ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੇਰ ਤੇਰ, ਇਹ ਚੀਜ਼ਾਂ ਨੇ। ਗੁਰਮੁਖ ਇਹਨਾਂ ਨੂੰ ਛੱਡ ਕੇ ਸੁਰਤ ਦੇ ਤੌਰ ਤੇ ਸ਼ਬਦ ਵਿੱਚ ਨਿਵਾਸ ਚਲਾ ਜਾਂਦਾ। ਇਹ ਦੇਸ਼ ਤਿਆਗ ਜਾਂਦਾ, ਸ਼ਬਦ ਦੀ ਦੁਨੀਆ ਵਿੱਚ ਚਲਾ ਜਾਂਦਾ। ਜਿਹਨੂੰ ਹਜ਼ੂਰ ਕਹਿੰਦੇ ਕਹੋ ਨਾਨਕ ਨੇਚਲ ਘਰ ਬਾਂਧਿਓ, ਗੁਰ ਕੀਓ ਬੰਧਾਨੀ। ਉੱਥੇ ਚਲੇਗਾ ਜਿੱਥੇ ਇੱਥੋਂ ਦੇ ਨਿਯਮ ਨਹੀਂ ਜਾਂਦੇ, ਤਾਂ ਉਹਨਾਂ ਦੀ ਕਥਾ ਨਿਰਾਰੀ ਹੈ। ਇੱਥੋਂ ਵਾਲਾ ਕੋਈ ਨਿਯਮ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ, ਕੁਝ ਵੀ ਕਰ ਸਕਦੇ ਨੇ। ਐਸੇ ਲੋਕ ਜਿਨ੍ਹਾਂ ਨੂੰ ਤੁਸੀਂ ਸਿਸਟਮ ਵਿੱਚ, ਵੈਸੇ ਉਹ ਨਿਯਮ ਵਿੱਚ ਰਹਿੰਦੇ ਨੇ, ਪਰ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਇੱਥੇ ਦੇਰ ਰਹਿ ਗਈ, ਹੁਣ ਤੇ ਗਏ, ਨਹੀਂ, ਗੁਰਬਾਣੀ ਨਹੀਂ ਮੰਨਦੀ ਇਸ ਨੂੰ। ਇਹ ਸੰਸਾਰੀਆਂ ਦੀ ਕਥਾ ਹੈ, ਉਹਨਾਂ ਦੀ ਨਹੀਂ। ਉਹਨਾਂ ਦੀ ਕਥਾ ਬਹੁਤ ਉੱਚੀ ਹੈ। ਦੇ ਛੱਡ ਵੀ ਜਾਣ, ਦੇ ਫਿਰ ਬਣਾ ਲੈਣ, ਕੀ ਫਰਕ ਪੈਂਦਾ? ਇੱਥੇ ਨੇ ਨਾ ਪੰਜ ਤੱਤ, ਕਿੱਥੋਂ ਲੈਣੇ ਨੇ? ਆ ਚੁੱਕੀਆਂ 4 ਇੱਟਾਂ ਇਕੱਠੀਆਂ ਕੀਤੀਆਂ, ਫਿਰ ਖੜੇ ਹੋ ਗਏ, ਫਿਰ ਖਿਲਾਰ ਦਿੱਤੀਆਂ, ਕੀ ਫਰਕ ਪੈਂਦਾ ਉਹਨਾਂ ਨੂੰ? ਤਾਂ ਉਹਨਾਂ ਵਾਸਤੇ ਕਿਹਾ ਗੁਰਬਾਣੀ ਦੇ ਸ਼ਬਦ ਨੇ, ਮੈਂ ਕੋਲੋਂ ਨਹੀਂ ਕਹਿ ਰਿਹਾ। ਨਾਨਕ ਕਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜਿਵੰਦੇ ਵਿਛੜੈ, ਓਏ ਮੋਇਆ ਨਾ ਜਾਈ ਛੋੜ। ਇਹਦੇ ਕੀ ਅਰਥ ਕਰੋਗੇ? ਓਏ ਮੋਇਆ ਨਾ ਜਾਈ ਛੋੜ, ਕੀ ਅਰਥ ਕਰੋਗੇ? ਮਰਨ ਤੋਂ ਬਾਅਦ ਵੀ ਉਹ ਹਨ, ਭਾਵੇਂ ਉਹਦੇ ਵਿੱਚ ਲੀਨ ਹੋਏ ਪਏ ਨੇ, ਪਰ ਉਹਨਾਂ ਦੀ ਮਰਜ਼ੀ ਹੈ ਕਦੋਂ ਆਪਣੇ ਆਪ ਨੂੰ ਉਜਾਗਰ ਕਰ ਸਕਦੇ ਨੇ। ਹਾਲਾਂਕਿ ਉਹ ਆਮ ਨਹੀਂ, ਆਮ ਨਹੀਂ ਉਹ। ਇਹ ਉਹ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਣ ਕੈ ਆਵਤ ਕਾਜਾ। ਆ ਇਸ ਤਰ੍ਹਾਂ ਦੀਆਂ ਗੱਲਾਂ ਤੇ ਉਦੋਂ ਸੁਣੀਦੀਆਂ ਜਦੋਂ ਕੋਈ ਮਹਾਂਪੁਰਸ਼ ਚੜ੍ਹਾਈ ਕਰ ਜਾਂਦਾ ਨਾ, ਤੇ ਜਿਹੜੀ ਪਿੱਛੇ ਲਾਈਨ ਲੱਗੀ ਹੁੰਦੀ ਹੈ ਉਹਦੇ, ਬਈ ਕਦੋਂ ਇਹ ਬੈੱਡ ਖਾਲੀ ਹੋਵੇ ਤੇ ਅਸੀਂ ਚੜ੍ਹੀਏ ਇਹਦੇ ਉੱਤੇ। ਇਹ ਸੁਪਨੇ ਉਹਨਾਂ ਨੂੰ ਆਉਂਦੇ, ਉਹ ਕਹਿੰਦੇ ਵੀ ਬਾਬਾ ਜੀ ਰਾਤੀ ਸਾਨੂੰ ਮਿਲੇ ਸਨ।
ਉਹਨਾਂ ਕਿਹਾ ਸੀ ਵੀ ਸਵੇਰੇ ਤੂੰ ਬਹਿ ਜੀ ਮੇਰੇ ਵਾਲੇ ਬੈੱਡ ਤੇ ਦੂਜਾ ਆਉਂਦਾ ਉਹ ਕਹਿੰਦਾ ਮੈਨੂੰ ਵੀ ਕਿਹਾ ਸੀ। ਹੁਣ ਸਾਰੇ ਹੀ ਕਹੀ ਜਾਂਦੇ ਨੇ, ਤੇ ਦੱਸੋ ਵੀ ਕਿਹਨੂੰ ਕਿਹਾ? ਸਾਰਿਆਂ ਨੂੰ ਕਹਿ ਦਿੱਤਾ? ਨਹੀਂ। ਇਸ ਤਰ੍ਹਾਂ ਦੇ ਨਾਟਕਾਂ ਚੇਟਕਾਂ ਦੀ ਕਹਾਣੀ ਅਸੀਂ ਆਪ ਬਣਾਉਂਦੇ ਹਾਂ, ਉਹ ਇਸ ਤਰ੍ਹਾਂ ਨਹੀਂ ਕਿਸੇ ਨੂੰ। ਉਹਨਾਂ ਦਾ ਜੀਵਨ ਹੋਰ ਪ੍ਰਕਾਰ ਦਾ ਹੈ। ਉਹਨਾਂ ਵਾਸਤੇ ਕਬੀਰ ਜੀ ਕਹਿੰਦੇ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ। ਕਿਵੇਂ ਚੱਲਣਗੇ ਤੁਸੀਂ ਜਾਣ ਹੀ ਨਹੀਂ ਸਕਦੇ। ਉਹਨਾਂ ਦੀ ਭਾਸ਼ਾ ਨੂੰ ਆਮ ਬੰਦਾ ਪਹਿਚਾਣ ਹੀ ਨਹੀਂ ਸਕਦਾ, ਵੇਖ ਨਹੀਂ ਸਕਦਾ, ਜਾਣ ਨਹੀਂ ਸਕਦਾ। ਨਿਰਾਰੀ ਕਥਾ ਹੈ। ਆਏ ਨਾ ਜਾਵੇਂ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹਦੇ ਨਾਲ ਇੱਕ ਮਿਕ ਹੋ ਗਿਆ, ਉਹਦੇ ਵਰਗੇ ਹੋ ਗਏ, ਉਹਦੇ ਵਿੱਚ ਲੀਨ ਹੋ ਗਏ। ਤਾਂ ਸਮੁੱਚਾ ਜਿਹੜਾ ਅੱਜ ਦਾ ਵਿਸ਼ਾ ਹੈ, ਉਹਨੂੰ ਸੰਖੇਪ ਕਹਿ ਕੇ ਮੈਂ ਅਖਰੀ ਅਰਥ ਕਰਾਂ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਸੰਸਾਰ ਇੱਕ ਖੇਡ ਹੈ, ਵਚਿੱਤਰ ਨਾਟਕ ਹੈ। ਇਸ ਨਾਟਕ ਵਿੱਚ ਆਪੋ ਆਪਣਾ ਹਿੱਸਾ ਪਾਠ ਖੇਡਣ ਵਾਸਤੇ ਮਨੁੱਖ ਆਇਆ, ਪਰ ਨਾਟਕ ਨੂੰ ਸੱਚ ਸਮਝ ਕੇ ਇਹਦੇ ਨਾਲ ਇੱਕ ਮਿਕ ਹੋ ਕੇ ਜੁੜ ਗਿਆ। ਔਰ ਉਸ ਜੁੜੇ ਹੋਏ ਭਰਮ ਵਿੱਚ ਪਏ ਹੋਏ ਮਨੁੱਖਾਂ ਦਾ ਜ਼ਿਕਰ ਇੱਥੇ ਕਰਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਮਾਨਵ ਇੰਦਰ ਗਜਿੰਦਰ ਨਰਾ ਤਪ, ਜੌਨ ਤਿਰਲੋਕ ਕੋ ਰਾਜ ਕਰਨਗੇ। ਮਾਨਵ ਦਾ ਅਰਥ ਹੈ ਮਨੁੱਖ, ਜਿਹਦੇ ਕੋਲ ਮਨ ਹੈ, ਉਹਨੂੰ ਕਹਿੰਦੇ ਮਾਨਵ। ਜਿੰਨੇ ਮਾਨਵ ਨੇ, ਜਿੰਨੇ ਮਨੁੱਖ ਨੇ, ਇੰਦਰ, ਔਰ ਇਹਨਾਂ ਮਨੁੱਖਾਂ ਦੇ ਵਿੱਚ, ਇਹ ਤੇ ਸਾਰੇ ਮਨੁੱਖ ਨੇ ਨਾ ਜਿਨ੍ਹਾਂ ਕੋਲ ਮਨ ਹੈ, ਪਰ ਇਹ ਸਾਰੇ ਇੰਦਰ ਨਹੀਂ। ਮਨ ਕਹਿੰਦਾ ਹੈ, ਮਨ ਚਾਹੁੰਦਾ ਹੈ ਵੀ ਅਮੀਰ ਹੋਵਾਂ, ਧਨ ਵਧੇ, ਮਨ ਚਾਹੁੰਦਾ ਪਰ ਹੈ ਨਹੀਂ ਕੋਲ। ਪਰ ਇੰਦਰ ਕੌਣ ਨੇ? ਇੰਦਰ ਦਾ ਅਰਥ ਹੈ ਉਹ ਮਾਨਵ, ਉਹ ਮਨੁੱਖ ਜਿਨ੍ਹਾਂ ਕੋਲ ਇੰਦਰੀਆਂ ਦੇ ਸੁੱਖ ਬਹੁਤ ਨੇ। ਵੇਖਣ ਦਾ ਸੁੱਖ ਬੜਾ ਹੈ, ਜੋ ਚਾਹੁਣ ਉਹ ਹੀ ਵੇਖ ਸਕਦੇ ਨੇ, ਇੰਨੀ ਤਾਕਤ ਹੈ ਉਹਨਾਂ ਕੋਲ। ਜੋ ਚਾਹੁਣ ਉਹ ਸੁਣ ਸਕਦੇ ਨੇ, ਜੋ ਚਾਹੁਣ ਉਹ ਖਾ ਸਕਦੇ ਨੇ, ਜਿੱਥੇ ਚਾਹੁਣ ਦੁਨੀਆ ਵਿੱਚ ਜਾ ਸਕਦੇ ਨੇ। ਤਾਕਤਾਂ ਬੜੀਆਂ ਨੇ, ਸਾਧਨ ਬੜੇ ਨੇ, ਪਦਾਰਥ ਬੜੇ। ਉਹਨਾਂ ਨੂੰ ਕਹਿੰਦੇ ਇੰਦਰ। ਕਲਗੀਆਂ ਵਾਲੇ ਕਹਿੰਦੇ, ਜਿੰਨੇ ਮਨੁੱਖ ਤੇ ਜਿੰਨੇ ਅਮੀਰ ਮਨੁੱਖ, ਗਜ ਇੰਦਰ, ਗਜ ਦਾ ਅਰਥ ਹੈ ਹਾਥੀ, ਉਹ ਅਮੀਰ, ਉਹ ਇੰਦਰ ਰਾਜੇ, ਜਿਨ੍ਹਾਂ ਦੇ ਕੋਲ ਸਫ਼ਰ ਕਰਨ ਵਾਸਤੇ ਸਭ ਤੋਂ ਮਹਿੰਗੀ ਸਵਾਰੀ ਹੈ। ਜਿਵੇਂ ਤੁਸੀਂ ਅੱਜ ਕਹੋ ਵੀ ਵੱਧ ਤੋਂ ਵੱਧ ਮਹਿੰਗੀਆਂ ਗੱਡੀਆਂ ਨੇ, ਤੇ ਬੰਦਾ ਇੰਨਾ ਧਨ ਹੋ ਗਿਆ ਕਈਆਂ ਕੋਲ ਵੀ ਉਹ ਇਹ ਸੋਚਣ ਵਿੱਚ, ਇਸ ਚਿੰਤਾ ਵਿੱਚ ਪੈ ਗਏ ਵੀ ਕਿੰਨੇ ਵਾਲੀ ਲਈਏ, ਪਤਾ ਕਰੋ ਮੇਰੇ ਤੋਂ ਵੱਡੀ ਨਾ ਲੈ ਜਾਏ ਕੋਈ ਸ਼ਹਿਰ ਵਿੱਚ, ਕਿੰਨੇ ਕਰੋੜ ਦੀ ਹੈ। ਉਹਨਾਂ ਨੂੰ ਕਹਿੰਦੇ ਗਜ ਇੰਦਰ, ਵੱਡੇ ਵੱਡੇ ਮਹਿੰਗੇ ਹਾਥੀਆਂ ਤੇ ਸਵਾਰੀ ਕਰਨ ਵਾਲੇ। ਨਰਾ ਧਪ, ਨਰਾ ਆਦਪ, ਆਦਪ ਦਾ ਅਰਥ ਹੈ ਰਾਜੇ, ਨਰ, ਚੱਕਰਵਰਤੀ ਰਾਜੇ, ਜਿਹੜੇ ਸਾਰੇ ਰਾਜਿਆਂ ਦੇ ਉੱਤੇ ਰਾਜ ਕਰਦੇ। ਇਹ ਸਾਰੇ ਲੋਕ ਜੌਨ, ਜੌਨ ਦਾ ਅਰਥ ਹੈ ਇਹ ਜਿੰਨੇ ਹਨ। ਤਿਰਲੋਕ ਕੋ ਰਾਜ, ਤਿੰਨਾਂ ਲੋਕਾਂ ਦਾ ਜਿਨ੍ਹਾਂ ਕੋਲ ਰਾਜ ਹੈ। ਹੁਣ ਕਰੈਂ, ਕਰੈਂ ਦਾ ਅਰਥ ਕਰ ਰਹੇ ਨੇ, ਵਰਤਮਾਨ। ਮੈਂ ਕੱਲ੍ਹ ਵੀ ਅਰਥ ਕੀਤੇ ਸਨ ਇਸ ਸ਼ਬਦ। ਹੁਣ ਵੀ ਕਰ ਰਹੇ ਨੇ। ਵਰਤਮਾਨ ਵਿੱਚ ਐਸੇ ਲੋਕ ਹਨ ਜਿਨ੍ਹਾਂ ਕੋਲ ਮਾਇਆ ਦੀ ਕੋਈ ਕਮੀ ਨਹੀਂ, ਚੱਕਰਵਰਤੀ ਰਾਜੇ ਨੇ, ਸਾਧਨਾਂ ਦੀ ਕੋਈ ਕਮੀ ਨਹੀਂ। ਕਰੈਂ, ਕਲਗੀਆਂ ਵਾਲੇ ਕਹਿੰਦੇ ਹੁਣ ਵੀ ਕਰ ਰਹੇ ਨੇ ਤੇ ਕਰਨਗੇ, ਆਉਣ ਵਾਲੇ ਸਮੇਂ ਵਿੱਚ ਵੀ ਕਰਨਗੇ। ਫਿਰ ਕਹਿੰਦੇ ਕੋਟ ਇਸ਼ਨਾਨ, ਕਈਆਂ ਕੋਲ ਇੰਨਾ ਧਨ ਹੈ ਧਾਰਮਿਕ ਬੰਦਿਆਂ ਕੋਲ ਵੀ ਕਾਰੋਬਾਰ ਬਹੁਤ ਵਧੀਆ, ਤੇ ਇਸ਼ਨਾਨ ਸਾਰੇ ਥਾਵਾਂ ਤੇ ਕਰਕੇ ਆਉਂਦੇ ਨੇ ਵੀ ਕੋਈ ਰਹਿ ਨਾ ਜਾਏ। ਕੋਟ ਇਸ਼ਨਾਨ, ਫਿਰ ਉੱਥੇ ਜਾ ਕੇ ਗਜਾਦਿਕ ਦਾਨ, ਉੱਥੇ ਗਜ ਆਦਿਕ ਹਾਥੀਆਂ ਦਾ ਦਾਨ ਵੀ ਕਰਦੇ ਨੇ, ਬੜਾ ਦਾਨ ਵੀ ਕਰਦੇ, ਅਮੀਰ ਬੜੇ ਨੇ। ਗਜਾਦਿਕ ਦਾਨ। ਫਿਰ ਇਹ ਰਾਜੇ ਜਿਹੜੇ ਇਸ਼ਨਾਨ ਬੜੇ ਕਰਦੇ ਨੇ ਧਨ ਦੇ ਜ਼ੋਰ ਨਾਲ, ਹਾਥੀਆਂ ਦਾ ਦਾਨ ਵੀ ਕਰਦੇ ਨੇ। ਅਨੇਕ ਸਵੰਬਰ,
ਸਵੰਬਰ ਦਾ ਅਰਥ ਹੈ ਰਾਜਕੁਮਾਰੀ ਨੂੰ ਸਵੰਬਰ ਵਿੱਚ ਵਰਨਾ, ਵਿਆਹ ਕਰਨਾ। ਇਹ ਪਹਿਲਾ ਤਰੀਕਾ ਹੁੰਦਾ ਸੀ ਸਵੰਬਰ ਕਰਨ। ਰਾਜਕੁਮਾਰੀ ਆਪ ਚੁਣਦੀ ਸੀ ਵੀ ਇਹਦੇ ਨਾਲ ਮੈਂ ਸ਼ਾਦੀ ਕਰਾਉਣੀ, ਉਹਨੂੰ ਕਹਿੰਦੇ ਸਵੰਬਰ। ਕਹਿੰਦੇ ਇਸ ਤਰ੍ਹਾਂ ਦੇ ਰਾਜੇ ਜਿਨ੍ਹਾਂ ਨੇ ਇੱਕ ਨਹੀਂ ਸੈਂਕੜੇ ਸਵੰਬਰ ਰਚਾਏ, ਸੈਂਕੜੇ ਸ਼ਾਦੀਆਂ ਕਰਾਈਆਂ। ਅਨੇਕ ਸਵੰਬਰ ਸਾਜ ਬਰੈਂਗੇ, ਬਰਿਆਂ ਦਾ ਅਰਥ ਹੈ ਵਰਨਾ, ਵਿਆਹ ਕਰਾਉਣਾ। ਹੁਣ ਕਰਾ ਰਹੇ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ, ਤੇ ਕਰਾਂਗੇ, ਆਉਣ ਵਾਲੇ ਸਮੇਂ ਵਿੱਚ ਵੀ ਬਰੈਂਗੇ, ਵਰਨਗੇ, ਵਿਆਹ ਕਰਨਗੇ। ਫਿਰ ਕਹਿੰਦੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ। ਅੱਗੇ ਦੇਵਤੇ ਗਿਣ ਦਿੱਤੇ, ਬ੍ਰਹਮਾ, ਸ਼ਿਵ ਜੀ ਤੇ ਵਿਸ਼ਨੂੰ ਤੇ ਇੰਦਰ, ਚਾਰੇ। ਸਚੀ ਪਤ ਦਾ ਅਰਥ ਹੈ ਇੰਦਰ। ਇਹ ਕਹਿੰਦੇ ਆਪ ਤੇ ਇਹਨਾਂ ਦੇ ਸੇਵਕ, ਇਹਦੇ ਅਰਥ ਤੇ ਇਹ ਹੀ ਬਣਨਗੇ ਨਾ। ਹੁਣ ਉਹ ਉਹਨਾਂ ਦੇ ਪੂਜਨੀਕ ਨੇ, ਦੇਵਤੇ ਨੇ। ਕਿਉਂ ਉਹਨਾਂ ਨੂੰ ਕਹਿ ਦਿੱਤਾ ਵੀ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ, ਅੰਤ ਫਸੇ, ਅੰਤ ਨੂੰ ਫਸ ਜਾਣਗੇ ਸਾਰੇ। ਅੰਤ ਅਜੇ ਤਾਂ ਦੇ ਸਕਦੇ, ਕਿਉਂਕਿ ਦੇਵਤਿਆਂ ਦੀ ਇੱਕ ਅਥਾਰਟੀ ਹੈ, ਉਹ ਧਨ ਦੇ ਸਕਦੇ ਨੇ, ਜ਼ਿਆਦਾ ਦੇ ਸਕਦੇ ਨੇ। ਨਾਮ ਨਾਲ ਜਿਹੜਾ ਮਨੁੱਖ ਗੁਰੂ ਦੇ ਮਾਰਗ ਤੇ ਤੁਰਿਆ ਨਾ, ਹੋ ਸਕਦਾ ਉਹਦੇ ਕੋਲ ਇੰਨਾ ਧਨ ਨਾ ਆਵੇ, ਪਰ ਜਿਹੜਾ ਦੇਵਤਿਆਂ ਦੇਵੀਆਂ ਦੇ ਚੱਕਰ ਵਿੱਚ ਪੈਂਦਾ, ਉੱਥੇ ਰਿੱਧੀਆਂ ਸਿੱਧੀਆਂ ਦਾ ਮਾਰਾ ਬਕਾਰਾ ਜ਼ਿਆਦਾ ਹੁੰਦਾ ਹੈ। ਉਹਨੂੰ ਕਹਿੰਦੇ ਵੀ ਇਹ ਕਿਉਂ ਕਿਹਾ ਵੀ ਅੰਤ ਫਸੇ, ਅੰਤ ਨੂੰ ਫਸ ਜਾਣਗੇ, ਜਮਾਂ ਦੀ ਫਾਹੀ ਪੈ ਜਾਏਗੀ। ਕਿਉਂਕਿ ਦੇਵਤੇ ਆਪ ਵਰ ਦਿੰਦੇ ਰਹੇ, ਪਦਾਰਥ ਵੰਡਦੇ ਰਹੇ, ਤੇ ਜਿਹੜੇ ਲੈਣ ਵਾਲੇ ਸਨ ਉਹ ਪਦਾਰਥ ਮੰਗਦੇ ਰਹੇ ਤੇ ਲੈਂਦੇ ਰਹੇ। ਨਾ ਉਹਨਾਂ ਦੇਵਤਿਆਂ ਨੇ ਕਿਹਾ ਵੀ ਨਾਮ ਨਾਲ ਜੁੜੋ, ਤੇ ਨਾ ਮੰਗਣ ਵਾਲੇ ਨਾਮ ਨਾਲ ਜੁੜੇ, ਨਾਮ ਤੋਂ ਪਾਸੇ ਰਹਿ ਗਏ, ਜੁੜੇ ਨਹੀਂ ਨਾ ਚਰਨ ਕਮਲਾਂ ਨਾਲ, ਨਾਮ ਨਹੀਂ ਉਹਨਾਂ ਵਿੱਚ। ਤੇ ਮੈਂ ਇੱਥੇ ਬੇਨਤੀ ਕਰਾਂ, ਜੇ ਉਹ ਤਰੀਕਾ ਅਸੀਂ ਵੀ ਵਰਤ ਲਿਆ, ਜੇ ਉਹ ਹੀ ਤਰੀਕਾ ਦੇਵਤਿਆਂ ਦਾ ਤੇ ਦੇਵਤਿਆਂ ਦੇ ਪੁਜਾਰੀਆਂ ਦਾ, ਬਈ ਗਏ ਫੁੱਲ ਚੜਾਏ, ਸੰਸਾਰ ਮੰਗਿਆ ਤੇ ਮੋੜ ਆਏ, ਜੇ ਉਹ ਤਰੀਕਾ ਅਸੀਂ ਵੀ ਗੁਰੂ ਨਾਲ ਵਰਤ ਲਿਆ, ਤੇ ਫਿਰ ਜਿਹੜੀ ਫਾਈ ਉਹਨਾਂ ਦੇ ਗਲ ਵਿੱਚ ਪੈਣੀ ਸਾਡੇ ਵੀ ਆਏ। ਆਪਾਂ ਕੋਈ ਸੋਨੇ ਦੇ ਥੋੜ੍ਹੀ ਬਣੇ ਆ, 5 ਤੱਤਾਂ ਦੇ ਉਹ ਨੇ, 5 ਦੇ ਆਪਾਂ। ਜੇ ਉਹ ਹੀ ਤਰੀਕਾ ਅਸੀਂ ਵੀ ਵਰਤਿਆ, ਵੀ ਆਏ ਗੁਰਦੁਆਰੇ ਤੇ ਅੱਗੇ ਰੱਖੇ ਫੁੱਲ ਚਾਰ, ਮੈਂ ਇਹਨਾਂ ਕਰਮਾਂ ਤੋਂ ਰੋਕ ਨਹੀਂ ਰਿਹਾ, ਇਹ ਖਿਆਲ ਰੱਖਣਾ। ਇਹ ਸ਼ਰਧਾ ਦੇ ਸੂਚਕ ਹਨ। ਤੁਸੀਂ ਪਿਆਰ ਨਾਲ ਗੁਰੂ ਅੱਗੇ ਫੁੱਲ ਚੜਾਓ, ਮਾਇਆ ਚੜਾਓ, ਚੰਗੀ ਗੱਲ, ਮਾੜੀ ਨਹੀਂ। ਦੇਗ ਕਰਾਓ, ਰੁਮਾਲਾ ਸਾਹਿਬ ਦਿਓ, ਕੋਈ ਸੇਵਾ ਕਰੋ, ਪਰਿਕਰਮਾ ਕਰੋ। ਪਰ ਮੈਂ ਇੱਕ ਜਿਹੜੀ ਗੱਲ ਅੱਜ ਕਲਗੀਆਂ ਵਾਲੇ ਕਹਿ ਰਹੇ ਨੇ, ਉਹ ਕਹਿੰਦੇ ਭਾਈ ਤੁਸੀਂ ਵੀ ਇਹ ਕੁਝ ਕਰ ਲਿਆ, ਫੁੱਲ ਚੜਾ ਲਏ, ਜਕਾਰਾ ਛੱਡ ਦਿੱਤਾ, ਦੇਗ ਕਰਾ ਲਈ। ਕਿਉਂਕਿ ਆਪਣੀ ਵੀ ਗੱਲ ਕਰੀਏ ਨਾ ਵਿੱਚ, ਸਭ ਕੁਝ ਕਰ ਲਿਆ, ਤੇ ਜੇ ਤੁਸੀਂ ਨਾਮ ਨਾਲ ਨਾ ਜੁੜੇ, ਬਾਣੀ ਨਾਲ, ਸ਼ਬਦ ਨਾਲ, ਸਿੱਖੀ ਨਾਲ ਨਾ ਜੁੜੇ, ਤੇ ਜਿਹੜੀ ਫਾਈ ਉਹਨਾਂ ਦੇਵਤਿਆਂ ਦੇ ਸੇਵਕਾਂ ਦੇ ਗਲ ਵਿੱਚ ਪੈਣੀ, ਭਾਈ ਤੁਹਾਡੇ ਵੀ ਪਏਗੀ। ਕੋਈ ਇਹਦੇ ਵਿੱਚ ਲਿਹਾਜ਼ ਨਹੀਂ ਹੈ। ਮੈਂ ਤਾਂ ਤੁਹਾਨੂੰ ਕਹਿ ਰਿਹਾ, ਮੈਂ ਰੋਕ ਨਹੀਂ ਰਿਹਾ, ਕਿਉਂਕਿ ਇਹ ਗੱਲ ਬੜੀ ਘੱਟ ਕਹੀ ਜਾਂਦੀ ਹੈ, ਤੁਹਾਨੂੰ ਥੋੜ੍ਹੀ ਜਿਹੀ ਕਿਤੇ ਕਿਤੇ ਚੁੱਭੇਗੀ ਜ਼ਰੂਰ, ਵੀ ਇਹ ਨਵਾਂ ਇਤਿਹਾਸ ਹੈ ਕੋਈ। ਵੀ ਅੱਜ ਤੱਕ ਤੇ ਸਾਰਿਆਂ ਨੇ ਇਹ ਕਿਹਾ ਵੀ ਤੁਹਾਡੇ ਬੰਧਨ ਟੁੱਟ ਗਏ ਨੇ ਤੇ ਸਾਰੀ ਚੜ੍ਹਦੀ ਕਲਾ, ਸੱਚਖੰਡ ਤੁਹਾਡਾ ਹੀ ਹੈ ਹੁਣ। ਨਹੀਂ, ਗੁਰੂ ਨੇ ਜੋ ਕੁਝ ਕਿਹਾ ਉਹ ਮੰਨਣਾ ਵੀ ਪਏਗਾ। ਇਹ ਨਹੀਂ ਅਸੀਂ ਪੈਸੇ ਚੜਾ ਕੇ ਤੇ ਗੁਰਦੁਆਰੇ ਦੇ ਮਾਲਕ ਬਣ ਜਾਵਾਂਗੇ। ਅਸੀਂ ਹੋਰ ਕੁਝ ਨਹੀਂ ਕਰ ਸਕਦੇ, ਘੱਟੋ ਘੱਟ ਗੁਰਦੁਆਰੇ ਦੇ ਵਿੱਚ ਆਉਣ ਦੀ ਜਾਂਚ ਜ਼ਰੂਰ ਸਿੱਖੀਏ। ਜਦੋਂ ਗੁਰਦੁਆਰੇ ਆਉਣਾ, ਕਿਵੇਂ ਆਉਣਾ, ਕਿੰਨੀ ਸ਼ਰਧਾ ਨਾਲ, ਕਿੰਨੇ ਪਿਆਰ ਨਾਲ, ਕਿਸ ਤਰ੍ਹਾਂ ਦੇ ਵਸਤਰ ਪਾ ਕੇ ਆਉਣੇ ਨੇ, ਇਹ ਜ਼ਰੂਰੀ ਹੈ। ਫਿਰ ਅਸੀਂ ਗੁਰੂ ਦੀ ਗੱਲ ਜ਼ਿਆਦਾ ਨਹੀਂ ਤੇ ਇੱਕ ਸ਼ਬਦ ਰੋਜ਼ ਦਾ ਜ਼ਰੂਰ। ਚਲੋ ਕੰਮ ਹੈ ਜੇ ਕਿਸੇ ਨੂੰ, ਵੈਸੇ ਤਾਂ ਕੰਮ ਦੀ ਕੋਈ ਗੱਲ ਨਹੀਂ। ਇਹ ਸਾਰੇ ਬਹਾਨੇ ਨੇ ਵੀ ਅੱਜ ਕੱਲ੍ਹ ਬਿਜੀ ਜ਼ਮਾਨਾ, ਜਦੋਂ ਦੀ ਦੁਨੀਆ ਬਣੀ ਉਦੋਂ ਦੇ ਵਿਅਸਤ ਸਮਾਂ। ਮਨੁੱਖ ਜਿੰਨਾ ਮਰਜ਼ੀ ਕੰਮ ਵਧਾ ਲਵੇ, ਜਿੰਨਾ ਮਰਜ਼ੀ ਘਟਾ ਲਏ, ਕੋਈ ਫਰਕ ਨਹੀਂ ਪੈਂਦਾ। ਪਰ ਸਿੱਖ ਦਾ ਫਰਜ਼ ਹੈ, ਜਿੱਥੇ ਉਹ ਗੁਰੂ ਨੂੰ ਮੱਥਾ ਟੇਕਦਾ, ਜਿੱਥੇ ਪਰਿਕਰਮਾ ਕਰਦਾ, ਨਿਯਮ ਬਣਾ ਲਵੇ ਵੀ ਮੈਂ ਜੇ ਰੋਜ਼ ਨਹੀਂ ਕਥਾ ਸੁਣ ਸਕਦਾ ਤੇ ਇੱਕ ਦਿਨ
हफ्ते विच एक दिन सारी सुने तो सारी सुने, अध विच ना सुने। आ जिहड़े तुसीं अध विच उठ के जांदे हो ना, सच जानो बड़ा दुख आउंदा है विचों छड्ड के जाना। इसलिए मैं हुण बहुता नहीं कहंदा, नहीं तो पहलां मैं कहंदा हुंदा सी बई जिन्हां ने पूरा समा बहना बह जाओ, ते जिन्हां ने विचों उठ के जाना भाई पहलां चले जाओ, दूजिआं नूं तंग ना करना, क्योंकि ये तौहीन है। कीर्तन का विषय, तुसीं कीर्तन सुन रहे हो, एक शब्द कीर्तन का जरूर सुनो, 5-7 ज़्यादा 10 मिनट का होवेगा। तो जे साडे कोल 10 मिनट भी नहीं गुरु की गल सुनने वास्ते, तो फिर तो आपां अपने नालों बाहरले ठीक ने, जिहड़े बाहरले गेट ते सड़क नूं हत्थ ला के तुर जांदे। जदों आपां सिर ही निवाउणा, चलो चंगी गल है, निवा देना चाहिए। कुछ ना कुछ सुणीए, समझिए कुछ है कि हजूर कहंदे ने ये सारे देवते सचीपत समेत इंद्र दे अंत फसे जमफास भरेंगे। नाम नहीं सी इन्हां कोल, इन्हां ने नाम नहीं जपिया, सिमरन नहीं किया, गुरु दे वाले नहीं बने, गुरु की मत धारण नहीं की, गुरु की कृपा प्राप्त नहीं की, रहमत नहीं मिली, जमा की फाही विच पै गए। अखीर ते बचन कीता, जे नर श्रीपत के प्रस है पग। प्रस का अर्थ है परसना, श्रीपत का अर्थ है परमात्मा अकाल पुरख। जिन्हां मनुखा ने श्रीपत अकाल पुरख वाहिगुरू के चरण परसे ने, परस है पग, पग के अर्थ ने पैर। अकाल पुरख के पैर किवें परसांगे? अकाल पुरख के पैर परसने ने प्यार नाल जपजी साहब पढ़ना, ते प्यार नाल उहनूं सुनना, ध्यान नाल आप पढ़ना ते आप ही सुनना, प्यार नाल नाम जपना ते उहनूं सुनना। इहनूं कहंदे ने अकाल पुरख दे चरण परसने। होर कोई तरीका नहीं है, होर कोई तरीका नहीं। बाणी नाल सुरत जोड़नी ही चरण जिन्हां ने परसे ने। साहब कहंदे ते नर फेर ना देह धरेंगे, वो परत के देह दे दुखां विच नहीं आउंदे, क्योंकि देह एक दुख है। भावें इहदे राहीं असीं मुक्त हो सकने, प्राप्तियां हो सकदियां, पर इहदे देह दे कुछ इस तरह के दुख भी ने, इहदे विच विकार भी ने, भुख भी है, नींद भी है, प्यास कई तरह की। ਤਾਂ ਜਿਨ੍ਹਾਂ ਮਨੁੱਖਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਜੋੜੀ ਹੈ, ਉਹ ਸਾਰੇ ਬਹੁਤ ਮਹਾਨ ਨੇ, ਉਹ ਪਰਤ ਕੇ ਦੇਹ ਵਿੱਚ ਨਹੀਂ ਆਉਣਗੇ। ਇਹ ਸਵਈਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ।